ਪੰਥ ਜਥੇਬੰਦੀਆਂ ਦਾ ਇਕੱਠ ਕਰਕੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਾਨੂੰ ਇਕਮੁੱਠ ਹੋਣ ਦੀ ਲੋੜ ਹੈ। ਸਿੱਧੂ ਸਾਹਿਬ, ਮੈਂ ਇਹ ਸਮਝਦਾ ਹੈਗਾ ਹੈ ਕਿ ਇਹ ਜਿਹੜੀ ਕਦਮ ਹੈਗਾ ਜਥੇਦਾਰ ਸਾਹਿਬ ਦਾ, ਇਹ ਬਹੁਤ ਹੀ ਜ਼ਰੂਰੀ ਸੀ। ਤੁਸੀਂ ਕਮੈਂਟ ਸੁਣੇ ਆ ਧਾਰਨੀ ਜੀ, ਉਹਨਾਂ ਦੇ ਕਹਿਣਾ ਕਿ ਕਾਂਗਰਸ ਸੁਹਿਰਦ ਨਹੀਂ ਹੈ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹਦੇ ਲਈ ਕੋਈ ਅਹਿਮੀਅਤ ਹੀ ਨਹੀਂ ਰੱਖਦਾ, ਉਹ ਸਿਰਫ ਗੋਲੀ ਕਾਂਡ ਤੱਕ ਹੀ ਕਾਂਗਰਸ ਸੀਮਿਤ ਰਹਿ ਜਾਂਦੀ ਹੈ। ਸਿੱਧੂ ਸਾਹਿਬ, ਸਭ ਤੋਂ ਪਹਿਲੀ ਤਾਂ ਗੱਲ ਹੈ, ਇਸੇ ਗੱਲ ਦਾ ਤਾਂ ਸਾਨੂੰ ਦੁੱਖ ਹੁੰਦਾ ਕੈਪਟਨ ਸਾਹਿਬ ਨੂੰ, ਇਸੇ ਗੱਲ ਅਸੀਂ ਰੌਲਾ ਪਾਉਂਦੇ ਹੁੰਦੇ ਆ ਜਿਹੜੀ ਸਰਦਾਰ ਮਨਜੀਤ ਸਿੰਘ ਸਿੱਧੂ ਨੇ ਗੱਲ ਕਹੀ ਆ ਕਿ ਜੀ ਜੇ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕੀਏ ਇਹ ਜਿਹੇ ਅਹੁਦਿਆਂ ਤੋਂ ਅਸੀਂ ਕਰਾਉਣਾ ਕੀ ਹੈ। ਜਦੋਂ ਸਾਰਾ ਸਿੱਖ ਸਮੁਦਾਇ ਜਾ ਕੇ ਉੱਥੇ ਪੀਸਫੁਲੀ ਪ੍ਰੋਟੈਸਟ ਕਰਨ ਲੱਗ ਜਾਂ ਕਾਂਗਰਸ ਦੇ ਰਾਜ ਵੇਲੇ ਵੀ ਉਹਨਾਂ ਨੇ ਉੱਥੇ ਬਹਿ ਕੇ ਸਾਰਿਆਂ ਨੇ ਪ੍ਰੋਟੈਸਟ ਕੀਤਾ ਤਾਂ ਇਸ ਚੀਜ਼ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਕਹਿਣ ਲੱਗੇ ਕਿ ਪੋਲੀਟੀਕਲ ਮੋਟਿਵ ਨਾਲ ਬੈਠੇ ਆ ਜਿੰਨੀਆਂ ਸਿੱਖ ਜਥੇਬੰਦੀਆਂ ਬੈਠੀਆਂ। ਜਥੇਦਾਰ ਸਾਹਿਬ ਨੂੰ ਸੁਹਿਰਦ ਹੋਣਾ ਚਾਹੀਦਾ ਕਿਉਂਕਿ ਧਰਮ ਦੀ ਰਹਿਨਮਾਈ ਕਰਦੇ, ਸਿੱਖ ਪੰਥ ਦੀ ਰਹਿਨਮਾਈ ਕਰਦੇ ਆ। ਬਟ ਕਿਤੇ ਨਾ ਕਿਤੇ ਆ ਕੇ ਜਦੋਂ 6 ਮਹੀਨੇ ਰਹਿੰਦੇ ਆ ਕਾਂਗਰਸ ਨੂੰ ਅਕਾਲੀ ਦਲ ਦੇ ਮੂੰਹ ਨੂੰ ਘੇਰਨ ਵਾਸਤੇ ਗੁਰੂ ਦੀ ਬੇਅਦਬੀ ਦਾ ਮੁੱਦਾ ਹੁਣ ਵੀ ਉੱਡਾ ਹੀ ਆ, ਬੇਅਦਬੀਆਂ ਹੁਣ ਵੀ ਹੋ ਰਹੀਆਂ। ਕਿਤੇ ਨਾ ਕਿਸੇ ਕਾਂਗਰਸ ਪਾਰਟੀ ਦੀ ਵੀ ਇਸ ਚੀਜ਼ ਦੇ ਕਿ ਉਹਨਾਂ ਦੇ ਰਾਜ ਦੇ ਵਿੱਚ ਇਦਾਂ ਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ। ਅਕਾਲੀ ਦਲ ਦੂਜੇ ਪਾਸੇ ਸੱਤਾ 'ਤੇ ਬੈਠੀ ਕਾਂਗਰਸ ਪਾਰਟੀ, ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਸਿਰਦ ਨਹੀਂ ਹੈ। ਕਾਂਗਰਸ ਦਾ ਦਾਅਵਾ ਹੈ ਕਿ 1 ਮਹੀਨੇ 'ਚ ਅਸੀਂ ਨਤੀਜਾ ਦੇਵਾਂਗੇ। ਦੋਨਾਂ ਤਰ੍ਹਾਂ ਨੂੰ ਸੁਣਿਆ। ਅਮਰਿੰਦਰ ਜੀ, ਕੀ ਕਹੋਗੇ ਤੁਸੀਂ? ਸਿੱਧੂ ਸਾਹਿਬ, ਦੇਖੋ, ਸਭ ਤੋਂ ਪਹਿਲਾਂ ਤਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜੇ ਵੀ ਅਕਾਲੀ ਦਲ ਬਾਦਲ ਨੇ ਕੁਝ ਨਹੀਂ ਸਮਝਿਆ ਇਤਿਹਾਸ ਕੋਲੋਂ, ਕੁਝ ਨਹੀਂ ਸਮਝਿਆ ਉਹਨਾਂ ਨੇ ਹਾਲਾਤਾਂ ਕੋਲੋਂ ਜਿੱਥੇ ਉਹ ਪਹੁੰਚ ਗਏ ਆ। ਉਹ ਅਕਾਲ ਤਖਤ ਸਾਹਿਬ ਨੂੰ ਅਜੇ ਵੀ ਪੂਰੀ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਆ ਆਪਣੇ ਰਾਜਨੀਤਿਕ ਸੌੜੇ ਰਾਜਨੀਤਿਕ ਹਿੱਤਾਂ ਦੇ ਲਈ, ਕਿਉਂਕਿ ਸੱਤਾ ਖੁੱਸ ਗਈ ਹੈ, ਰਸਤਾ ਪਬਲਿਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੀ ਹੈ। ਉਹ ਫਿਰ ਜਥੇਦਾਰ ਨੂੰ ਇਸਤੇਮਾਲ ਕਰ ਰਹੇ ਵੀ ਕਿਸੇ ਤਰੀਕੇ ਨਾਲ ਸਾਨੂੰ ਸੈਂਟਰ ਸਟੇਜ 'ਤੇ ਲੈ ਕੇ ਆ। ਤੇ ਦੂਸਰੀ ਗੱਲ ਹੈ ਕਿ ਧਾਰਨੀ ਸਾਹਿਬ ਨੇ ਕਿਹਾ ਕਿ ਬੇਅਦਬੀ ਸਿਰਫ ਬਾਈਬਲ ਕਲਾਂ ਤੇ ਬਰਗਾੜੀ ਨੂੰ ਹੀ ਇਹ ਬੇਅਦਬੀ ਮੰਨਦੇ ਆ, ਬਾਕੀ ਨੂੰ ਨਹੀਂ ਮੰਨਦੇ। ਜੇ ਐਸੀ ਗੱਲ ਸੀ ਤੇ ਜਥੇਦਾਰ ਸਾਹਿਬ ਸਾਰੀ ਬੇਅਦਬੀਆਂ ਦੇ ਬਾਰੇ ਗੱਲਬਾਤ ਕਰਦੇ। ਉਹਨਾਂ ਨੇ ਵੀ ਰਣਬੀਰ ਖੱਟੜਾ ਨੂੰ ਸਿਰਫ ਉਸੇ ਬੇਅਦਬੀ ਲਈ ਬੁਲਾਇਆ ਹੈ। ਨਜ਼ਰੀਆ ਦੀ ਰੇਟ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਮੁੱਦਾ ਇੱਕ ਵਾਰ ਮੁੜ ਕੇ ਭਖਿਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਮੀਟਿੰਗ ਸੱਦੀ, ਉਸ ਮੀਟਿੰਗ ਦੇ ਵਿੱਚ ਕਿਹਾ ਕਿ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੇ ਇਹਦੇ ਲਈ ਸਾਰਿਆਂ ਨੂੰ ਇਕਮੁੱਠ ਹੋ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੇਵਲ ਇੰਨਾ ਹੀ ਨਹੀਂ, ਪੰਜਾਬ ਕਾਂਗਰਸ ਦੇ ਜਿਹੜੇ ਨਵੇਂ ਪ੍ਰਧਾਨ ਹਨ ਨਵਜੋਤ ਸਿੱਧੂ, ਉਸ ਨੇ ਵੀ ਪ੍ਰਧਾਨਗੀ ਸੰਭਾਲਣ ਤੋਂ ਪਹਿਲਾਂ ਕਿਹਾ ਕਿ ਅਹੁਦੇਦਾਰੀਆਂ ਦਾ ਕੀ ਫਾਇਦਾ ਜੇ ਗੁਰੂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ। ਇਸ ਤੋਂ ਇੱਕ ਕਦਮ ਹੋਰ ਅੱਗੇ ਜਾਈਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਵੀ ਅਜਿਹੇ ਪੰਜਾਬੀਆਂ ਨਾਲ ਵਾਅਦੇ ਕੀਤੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਸਵਾਲ ਤਾਂ ਇਹ ਵੀ ਉੱਠ ਰਿਹਾ ਹੈ ਕਿ 6 ਸਾਲ ਬਨਾਮ 6 ਮਹੀਨੇ ਪੰਜਾਬੀਆਂ ਨੂੰ ਇੰਤਜ਼ਾਰ ਰਹੇਗਾ ਦੋਸ਼ੀਆਂ ਨੂੰ ਸਜ਼ਾਵਾਂ ਦਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਇਸ ਖਿੱਤੇ ਦੇ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ। ਅਮਰਿੰਦਰ ਸਿੰਘ ਜੀ ਸੰਯੁਕਤ ਅਕਾਲੀ ਦਲ ਦੇ ਬੁਲਾਰੇ ਨੇ, ਰਾਣਾ ਬਲਜੀਤ ਸਿੰਘ ਚਾਹਲ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਮਰਦੀਪ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਦੇ ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਧਾਰਨੀ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ ਹੀ ਹੈ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪੰਥਕ ਜਥੇਬੰਦੀਆਂ ਦਾ ਇਕੱਠ ਕਰਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਸਾਨੂੰ ਇਕਮੁੱਠ ਹੋਣ ਦੀ ਲੋੜ ਹੈ। ਬਿਲਕੁਲ ਸਹੀ ਹੈ, ਪਰ ਜਥੇਦਾਰ ਸਾਹਿਬ ਨੇ ਉਸ ਦੀ ਰੂਪਰੇਖਾ ਨਹੀਂ ਲਿਖੀ ਕਿ ਕਿਸ ਤਰੀਕੇ ਨਾਲ ਇਸ ਦੇ ਲਈ ਕਦਮ ਅੱਗੇ ਵਧਾਏ ਜਾਣਗੇ। ਸਦਾ ਜ਼ਰੂਰ ਦਿੱਤਾ ਹੈ, ਮੀਟਿੰਗ ਦੀ ਅਹਿਮੀਅਤ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਤੇ ਧਾਰਨੀ ਜੀ ਕੀ ਕਹੋਗੇ? ਸਿੱਧੂ ਸਾਹਿਬ, ਮੈਂ ਇਹ ਸਮਝਦਾ ਹੈਗਾ ਹੈ ਕਿ ਇਹ ਜਿਹੜੀ ਕਦਮ ਹੈਗਾ ਜਥੇਦਾਰ ਸਾਹਿਬ ਦਾ, ਇਹ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਉਹਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਆਈਆਂ ਉਹਨਾਂ ਨੇ, ਦੇਖੋ ਰੂਪਰੇਖਾ ਦਾ ਹਾਲੇ ਕਿਉਂਕਿ ਬਾਅਦ ਦੇ ਵਿੱਚ ਲਿਖੀ ਜਾਏਗੀ, ਉਹਨਾਂ ਨੇ, ਤੁਹਾਨੂੰ ਯਾਦ ਹੋਊਗਾ ਇੱਕ ਰਣਬੀਰ ਸਿੰਘ ਖੱਟੜਾ ਜਿਹੜੇ ਸਿੱਖ ਦੇ ਮੈਂਬਰ ਸੀ, ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੇ ਪੁੱਛਗਿੱਛ ਕੀਤੀ ਹੈਗੀ ਆ ਸਾਰੇ ਜਿੰਨੀਆਂ ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਸਾਹਮਣੇ। ਤੇ ਮੈਂ ਇਹ ਸਮਝਦਾ ਹੈਗਾ ਕਿ ਪਿਛਲੇ ਟਾਈਮ ਦੇ ਵਿੱਚ ਇਸ ਮਾਮਲੇ ਦੇ ਉੱਤੇ
ਜਿੰਨੀ ਸਿਆਸਤ ਹੋਈ ਹੈ ਤਕਰੀਬਨ 4 ਸਾਲ 7 ਮਹੀਨੇ, ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਤਾਂ ਹੁਣ ਇਹਦਾ ਅੰਤ ਹੋਣਾ ਚਾਹੀਦਾ ਹੈਗਾ। ਔਰ ਜਿਹੜੇ ਵੀ ਦੋਸ਼ੀ ਹੈਗੇ ਆ ਬੇਅਦਬੀਆਂ ਦੇ, ਉਹਨਾਂ ਦੇ ਵਿੱਚ ਚਾਹੇ ਦੇਖੋ, ਮੈਂ ਇੱਕ ਜ਼ਰੂਰ ਮੈਨੂੰ ਇਤਰਾਜ਼ ਹੈਗਾ, ਮੈਂ ਚਹਿਲ ਸਾਹਿਬ ਬੇਸ਼ੱਕ ਇਸ ਗੱਲ ਨੂੰ ਉਹ ਕਰਨ, ਮੈਨੂੰ ਇਹ ਲੱਗਦਾ ਹੈਗਾ ਕਿ ਕਾਂਗਰਸ ਨੇ ਬੇਅਦਬੀ ਸਿਰਫ ਔਰ ਸਿਰਫ ਜਿਹੜਾ ਹੈਗਾ ਉਹ ਬਰਗਾੜੀ ਜਾਂ ਬਹਿਬਲ ਕਲਾਂ ਨੂੰ ਹੀ ਮੰਨਿਆ ਹੈ। ਬਾਕੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਜਿੱਥੇ ਜਿੱਥੇ ਵੀ ਹੋਈ ਹੈਗੀ ਆ, ਉਹਦੇ ਪ੍ਰਤੀ ਜਿਹੜਾ ਹੈਗਾ ਕਾਂਗਰਸ ਜਾਂ ਪੁਲਿਸ ਬਿਲਕੁਲ ਸਿਰਦ ਨਹੀਂ ਹੈਗਾ। ਮੈਂ ਸਪਸ਼ਟ ਰੂਪ ਦੇ ਵਿੱਚ ਕਹਿੰਦਾ, ਮੈਨੂੰ ਬਾਕੀ ਦੇ ਜਿਹੜੇ ਜਿੰਨੇ ਮੇਰੇ ਨੁਮਾਇੰਦੇ ਦੋਸਤ ਹੈਗੇ ਆ ਇੱਥੇ ਬੈਠੇ, ਉਹ ਜਿਹੜੀ ਗੱਲ ਕਰਨਗੇ, ਉਹ ਸਾਰੀ ਗੱਲ ਜਿਹੜੀ ਕਰਨਗੇ ਉਹ ਕਰਨਗੇ ਅਖਬਾਰਾਂ ਵਗੈਰਾ ਦੇ ਵੇਰਵਿਆਂ ਤੋਂ, ਪਰ ਮੈਂ ਜਿਹੜੀ ਗੱਲ ਕਰੂੰਗਾ ਉਹ ਮੈਂ ਬਕਾਇਦਾ ਉਹਦੇ ਵਿੱਚ ਬਕਾਇਦਾ ਆਪ ਫਸਿਆ ਵਾ ਹੋ ਕੇ ਮੈਂ ਉਹ ਸਾਰੇ ਮੁੱਦਿਆਂ ਨੂੰ ਜਿਹੜਾ ਹੈਗਾ ਬਹੁਤ ਡੂੰਘਾਈ ਨਾਲ ਔਰ ਬਹੁਤ ਚੰਗੇ ਤਰੀਕੇ ਨਾਲ ਕਿਹਾ ਹੈਗਾ। ਮੈਂ ਸਮਝਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਡਿਫਰੈਂਟ ਨਹੀਂ ਹੈਗਾ ਕਿ ਬਰਗਾੜੀ ਜਾਂ ਬਹਿਬਲ ਕਲਾਂ ਅਲੱਗ ਹੈਗਾ, ਉੱਥੇ ਬਿਲਕੁਲ ਨਹੀਂ ਚਾਹੀਦੀ ਹੈ। ਜਿਹੜੇ ਦੋਸ਼ੀ ਹੈਗੇ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ, ਪਰ ਜਿਹੜੇ ਬਾਕੀ ਇੰਨੀਆਂ ਬੇਅਦਬੀਆਂ ਹੋ ਚੁੱਕੀਆਂ ਉਹਨਾਂ ਬਾਰੇ ਕਾਂਗਰਸ ਦਾ ਅੱਜ ਦੀ ਸਰਕਾਰ ਦਾ ਧਿਆਨ ਹੈ। ਜੀ ਤਾਨੀ ਸਾਹਿਬ, ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਵੱਲ। ਚਾਹਲ ਸਾਹਿਬ, ਤੁਸੀਂ ਕਮੈਂਟ ਸੁਣੇ ਆ ਧਾਰਨੀ ਜੀ, ਉਹਨਾਂ ਦਾ ਕਹਿਣਾ ਕਿ ਕਾਂਗਰਸ ਸੁਹਿਰਦ ਨਹੀਂ ਹੈ ਗਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹਦੇ ਲਈ ਕੋਈ ਅਹਿਮੀਅਤ ਹੀ ਨਹੀਂ ਰੱਖਦਾ, ਉਹ ਸਿਰਫ ਗੋਲੀ ਕਾਂਡ ਤੱਕ ਹੀ ਕਾਂਗਰਸ ਸੀਮਿਤ ਰਹਿ ਜਾਂਦੀ ਹੈ। ਇਸ ਕਰਕੇ ਸਿਰਫ ਜਿਹੜੀਆਂ ਅਖਬਾਰਾਂ ਦੀ ਘਟਨਾ ਜਾਂ ਅਖਬਾਰਾਂ ਦੀਆਂ ਖਬਰਾਂ ਤੱਕ ਹੀ ਉਹਨਾਂ ਦਾ ਮੁੱਦਾ ਸੀਮਿਤ ਰਹਿੰਦਾ ਹੈ। ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲੀ ਤਾਂ ਗੱਲ ਹੈ, ਇਸੇ ਗੱਲ ਦਾ ਤਾਂ ਸਾਨੂੰ ਦੁੱਖ ਹੁੰਦਾ ਕੈਪਟਨ ਸਾਹਿਬ ਨੂੰ, ਇਸੇ ਗੱਲ ਅਸੀਂ ਰੌਲਾ ਪਾਉਂਦੇ ਹੁੰਦੇ ਆ ਜਿਹੜੀ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਗੱਲ ਕਹੀ ਆ ਕਿ ਜੀ ਜੇ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਵਾ ਸਕਦੇ, ਇਹ ਜਿਹੇ ਅਹੁਦਿਆਂ ਤੋਂ ਅਸੀਂ ਕਰਾਉਣਾ ਕੀ ਆ। ਬਿਲਕੁਲ ਗੱਲ ਸਹੀ ਆ। ਜਿਨ੍ਹਾਂ ਦੇ 10 ਸਾਲ ਦੇ ਰਾਜ ਦੇ ਵਿੱਚ ਗੁਰੂ ਦੀ ਬੇਅਦਬੀ ਹੁੰਦੀ ਆ, ਸੱਚੇ ਸੌਦੇ ਵਾਲਾ ਸਵਾਂਗ ਰਚਦਾ, ਸਵਾਂਗ ਰਚਣ ਤੋਂ ਬਾਅਦ ਗੁਰਜਵਾਰ ਸਿੰਘ ਵਾਲੇ ਤੋਂ ਉਸ ਤੋਂ ਬਾਅਦ ਉਸ ਚੀਜ਼ ਦੇ ਉੱਪਰ ਪ੍ਰੋਟੈਸਟ ਸੰਗਤ ਦੇ ਉੱਪਰ ਗੋਲੀ ਚਲਾਉਂਦੇ ਆ, ਉਹਨਾਂ ਖਿਲਾਫ ਕੋਈ ਕਾਰਵਾਈ ਨਾ ਹੋਣ ਕਰਕੇ ਆ ਕਿ ਸੁਖਬੀਰ ਬਾਦਲ ਖਾਣਾ ਮਾਰਦੇ ਤਾਂ ਸਾਨੂੰ ਲੱਗਦੀ ਨਹੀਂ ਹੈ ਵੀ 75-25 ਦੀ ਖੇਡ ਹੈ ਜਿਹੜੀ ਸਰਦਾਰ ਨਵਜੋਤ ਸਿੰਘ ਸਿੱਧੂ ਕਹਿੰਦੇ ਆ, ਉਹ ਬਿਲਕੁਲ ਗੱਲ ਆ, ਇਹਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ। ਆਜਦਾਰ ਸਾਹਿਬ ਪਹਿਲਾਂ 1.5 ਸਾਲ ਕਾਲ ਚ ਕਿਉਂ ਨਹੀਂ ਕੋਈ ਆਵਾਜ਼ ਏਦਾਂ ਦੀ ਉੱਠੀ ਇਹਨਾਂ ਦੀ ਸਰਕਾਰ ਵੇਲੇ ਜੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਜਾਵੇ, ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜਦੋਂ ਜਸਟਿਸ ਜੋਰਾ ਸਿੰਘ ਦੀ ਕਮਿਸ਼ਨ ਦੀ ਕੋਈ ਕਾਰਵਾਈ ਨਹੀਂ ਹੋਈ ਸੀ, ਉਸ ਵੇਲੇ ਕਿਉਂ ਨਹੀਂ ਉਸ ਅਕਾਲ ਤਖਤ ਕੋਈ ਬਿਆਨ ਆਇਆ? ਜਦੋਂ ਸਾਰਾ ਸਿੱਖ ਸਮੁਦਾਇ ਜਾ ਕੇ ਉੱਥੇ ਪੀਸਫੁਲੀ ਪ੍ਰੋਟੈਸਟ ਕਰਨ ਲੱਗ ਜਾਂ ਕਾਂਗਰਸ ਦੇ ਰਾਜ ਵੇਲੇ ਵੀ ਉਹਨਾਂ ਨੇ ਉੱਥੇ ਬਹਿ ਕੇ ਸਾਰਿਆਂ ਨੇ ਪ੍ਰੋਟੈਸਟ ਕੀਤਾ, ਤਾਂ ਇਸ ਚੀਜ਼ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਕਹਿਣ ਲੱਗੇ ਕਿ ਇਹ ਪੋਲੀਟੀਕਲ ਮੋਟਿਵ ਨਾਲ ਬੈਠੇ ਆ ਜਿੰਨੀਆਂ ਸਿੱਖ ਜਥੇਬੰਦੀਆਂ ਬੈਠੀਆਂ। ਕੀ ਅੱਜ ਦੇ ਸਮੇਂ ਦੇ ਏਦਾਂ ਦਾ? ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਜਥੇਦਾਰ ਸਾਹਿਬ ਨੂੰ ਸੁਹਿਰਦ ਹੋਣਾ ਚਾਹੀਦਾ ਕਿਉਂਕਿ ਧਰਮ ਦੀ ਰਹਿਨਮਾਈ ਕਰਦੇ, ਸਿੱਖ ਪੰਥ ਦੀ ਰਹਿਨਮਾਈ ਕਰਦੇ ਆ। ਬਟ ਕਿਤੇ ਨਾ ਕਿਤੇ ਆ ਕੇ ਜਦੋਂ 6 ਮਹੀਨੇ ਰਹਿੰਦੇ ਆ ਕਾਂਗਰਸ ਨੂੰ ਅਕਾਲੀ ਦਲ ਦੇ ਮੂੰਹੋਂ ਘੇਰਨ ਵਾਸਤੇ, ਏਦਾਂ ਦੀਆਂ ਸਟੇਟਮੈਂਟਸ ਦੇ ਰਿਹਾ, ਇਹ ਤਾਂ ਬਹੁਤ ਚਿਰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਬੀਬੀ ਜਗੀਰ ਕੌਰ ਨੇ ਕੋਈ ਸਟੇਟਮੈਂਟ ਦਿੱਤੀ, ਜਿੱਦਾਂ ਹਾਈ ਕੋਰਟ ਦੀ ਰਿਪੋਰਟ ਆਉਂਦੀ ਆ ਜੱਜ ਦੀ, ਉਹਨਾਂ ਦੇ ਮੂੰਹੋਂ ਕੁਝ ਨਿਕਲੀ ਗੱਲ? ਬਿਲਕੁਲ ਨਹੀਂ ਨਿਕਲੀ। ਅੱਜ ਕਿਉਂ ਨਿਕਲਦੇ ਆ? ਤਾਂ ਤੁਸੀਂ ਸਾਰੇ ਸਮਝਦਾਰ ਹੋ ਇਸ ਵੇਲੇ ਸਿਆਸਤ ਕੌਣ ਕਰ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਲੈਣ ਦੀ ਸਿਆਸਤ ਕੌਣ ਕਰ ਰਿਹਾ। ਅਸੀਂ ਸਿੱਧੂ ਸਾਹਿਬ ਗੁਰੂ ਦੀ ਬੇਅਦਬੀ ਤੋਂ ਵੱਡੀ ਕੋਈ ਚੀਜ਼ ਨਹੀਂ ਕਰਦੀ। ਗੁਰੂ ਸਾਹਿਬ ਨੇ ਆਪਦੇ ਤੋਂ ਬਾਅਦ ਕਿਹਾ ਸੀ ਗੁਰੂ ਮਾਨਿਓ ਗ੍ਰੰਥ, ਇਸ ਗ੍ਰੰਥ ਨੂੰ ਮੈਨੂੰ ਜਾਣੀ ਜਾਣ ਸਮਝ ਕੇ ਇਹਨੂੰ ਪੁੱਛੋ। ਜੇ ਉਹਦੀ ਬੇਅਦਬੀ ਹੋ ਜਾਂਦੀ ਹੈ, ਮੈਂ ਕਹਿਣਾ ਲਾਹਣ ਤਾਂ ਹੈਗੀਆਂ ਪੋਲੀਟੀਕਲ ਪਾਰਟੀਆਂ ਤੇ, ਲਾਹਣ ਤਾਂ ਹੈਗੀਆਂ ਲੀਡਰਸ਼ਿਪ ਤੇ, ਜੇ ਉਹਨੂੰ ਕਿਸੇ ਸਿੱਟੇ ਤਣਕਦਾਰ ਲਾ ਨਹੀਂ ਸਕੀਆਂ। ਪਰ ਜਿੱਥੋਂ ਤੱਕ ਸਾਡੀ ਪਾਰਟੀ ਦੀ ਗੱਲ ਸਟਾਰਟਿੰਗ ਤੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ, ਤੁਸੀਂ ਦੇਖਿਓ ਵਿਦਿਨ ਮੰਥ ਜਿਹੜੇ ਇਹਦੇ ਦੋਸ਼ੀ ਆ ਲੋਕਾਂ ਦੇ ਸਾਹਮਣੇ ਆ ਜਾਣੇ ਆ, ਉਸੇ ਕਟਹਿਰੀ ਦੇ ਚ ਆ ਜਾਣੇ ਆ। ਦੂਜੀ ਗੱਲ ਧਾਰਨੀ ਸਾਹਿਬ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਗੁਰੂ ਦੀ ਬੇਅਦਬੀ ਦਾ ਮੁੱਦਾ ਹੁਣ ਵੀ ਉੱਡਾ ਹੀ ਆ, ਬੇਅਦਬੀਆਂ ਹੁਣ ਵੀ ਹੋ ਰਹੀਆਂ। ਕਿਤੇ ਨਾ ਕਿਸੇ ਕਾਂਗਰਸ ਪਾਰਟੀ ਦੀ ਵੀ ਇਸ ਚੀਜ਼ ਦੇ ਕਿ ਉਹਨਾਂ ਦੇ ਰਾਜ ਦੇ ਵਿੱਚ ਏਦਾਂ ਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ। ਜੀ ਚੱਲ ਮੈਂ ਫੇਰ ਆਣਾ ਤੁਹਾਡੇ ਵੱਲ ਇਸੇ ਮੁੱਦੇ ਤੇ। ਅਮਰਿੰਦਰ ਜੀ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ। ਅਮਰਿੰਦਰ ਜੀ,
ਅਕਾਲੀ ਦਲ, ਦੂਜੇ ਪਾਸੇ ਸੱਤਾ 'ਚ ਬੈਠੀ ਕਾਂਗਰਸ ਪਾਰਟੀ। ਅਕਾਲੀ ਦਲ ਦਾ ਕਹਿਣਾ ਹੈ ਕਿ ਕਾਂਗਰਸ ਹਿਰਦ ਨਹੀਂ ਹੈ। ਕਾਂਗਰਸ ਦਾ ਦਾਅਵਾ ਹੈ ਕਿ 1 ਮਹੀਨੇ 'ਚ ਅਸੀਂ ਨਤੀਜਾ ਦੇਵਾਂਗੇ। ਦੋਨਾਂ ਧਿਰਾਂ ਨੂੰ ਸੁਣਿਆ। ਅਮਰਿੰਦਰ ਜੀ, ਕੀ ਕਹੋਗੇ ਤੁਸੀਂ? ਸਿੱਧੂ ਸਾਹਿਬ ਦੇਖੋ, ਸਭ ਤੋਂ ਪਹਿਲਾਂ ਤਾਂ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜੇ ਵੀ ਅਕਾਲੀ ਦਲ ਬਾਦਲ ਨੇ ਕੁਝ ਨਹੀਂ ਸਮਝਿਆ ਇਤਿਹਾਸ ਕੋਲੋਂ, ਕੁਝ ਨਹੀਂ ਸਮਝਿਆ ਉਹਨਾਂ ਨੇ ਹਾਲਾਤਾਂ ਕੋਲੋਂ ਜਿੱਥੇ ਉਹ ਪਹੁੰਚ ਗਏ ਹੈ। ਉਹ ਅਕਾਲ ਤਖਤ ਸਾਹਿਬ ਨੂੰ ਅਜੇ ਵੀ ਪੂਰੀ ਤਰੀਕੇ ਦੇ ਨਾਲ ਇਸਤੇਮਾਲ ਕਰ ਰਹੇ ਆ ਆਪਣੇ ਸੌੜੇ ਰਾਜਨੀਤਿਕ ਹਿੱਤਾਂ ਦੇ ਲਈ, ਕਿਉਂਕਿ ਸੱਤਾ ਖੁੱਸ ਗਈ ਹੈ, ਰਸਤਾ ਪਬਲਿਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੀ। ਉਹ ਫਿਰ ਜਥੇਦਾਰ ਨੂੰ ਇਸਤੇਮਾਲ ਕਰ ਰਹੇ ਵੀ ਕਿਸੇ ਤਰੀਕੇ ਨਾਲ ਸਾਨੂੰ ਸੈਂਟਰ ਸਟੇਜ ਤੇ ਲੈ ਕੇ ਆ। ਤੇ ਦੂਸਰੀ ਗੱਲ ਹੈ ਕਿ ਧਾਰਨੀ ਸਾਹਿਬ ਨੇ ਕਿਹਾ ਕਿ ਬੇਅਦਬੀ ਸਿਰਫ ਬਹਿਬਲ ਕਲਾਂ ਤੇ ਬਰਗਾੜੀ ਨੂੰ ਹੀ ਇਹ ਬੇਅਦਬੀ ਮੰਨਦੇ ਆ, ਬਾਕੀ ਨੂੰ ਨਹੀਂ ਮੰਨਦੇ। ਜੇ ਐਸੀ ਗੱਲ ਸੀ ਤੇ ਜਥੇਦਾਰ ਸਾਹਿਬ ਸਾਰੀ ਬੇਅਦਬੀਆਂ ਦੇ ਬਾਰੇ ਗੱਲਬਾਤ ਕਰਦੇ। ਉਹਨਾਂ ਨੇ ਵੀ ਰਣਬੀਰ ਖੱਟੜਾ ਨੂੰ ਸਿਰਫ ਉਸੇ ਬੇਅਦਬੀ ਲਈ ਬੁਲਾਇਆ ਹੈ। ਤੇ ਦੂਸਰੀ ਗੱਲ ਹੈ ਕਿ ਰਣਬੀਰ ਸਿੰਘ ਖੱਟੜਾ ਨੂੰ ਉੱਥੇ ਬੁਲਾਉਣ ਦਾ ਹੀ ਬਹੁਤ ਵੱਡਾ ਨਮੋਸ਼ੀ ਵਾਲੀ ਗੱਲ ਹੈ। ਕੀ ਉਹ ਸੁਮੇਧ ਸੈਣੀ ਨੂੰ ਵੀ ਬੁਲਾਉਣਗੇ? ਕੀ ਉਹ ਪਰਮਰਾਜ ਉਮਰਾ ਨੰਗਲ ਨੂੰ ਵੀ ਬੁਲਾਉਣਗੇ, ਜਿਹੜੇ ਕਿ ਸਿੱਖਾਂ ਦੇ ਹਥਿਆਰੇ ਮੰਨੇ ਜਾਂਦੇ ਆ, ਜਿਨ੍ਹਾਂ ਨੇ ਰੱਜ ਕੇ ਸਿੱਖਾਂ ਦੇ ਮੁੰਡਿਆਂ ਦੀ, ਜਵਾਨਾਂ ਦੀ ਖੂਨ ਨਾਲ ਹੋਲੀ ਖੇਡੀ ਹੈ। ਅੱਜ ਉਹ ਦਾੜੇ ਖੋਲ ਕੇ ਅਕਾਲ ਤਖਤ ਸਾਹਿਬ ਤੇ ਪੰਥ ਹਿਤੈਸ਼ੀ ਬਣ ਕੇ ਬੈਠ ਗਏ ਨੇ। ਤੇ ਮੁੰਡਾ ਉਹਨਾਂ ਦਾ ਸੁਖਬੀਰ ਬਾਦਲ ਦੇ ਨਾਲ ਇਲੈਕਸ਼ਨ ਲੜ ਰਿਹਾ ਹੈ, ਸਨੌਰ ਤੋਂ, ਘਨੌਰ ਤੋਂ, ਕਿੱਥੋਂ ਟਿਕਟ ਲੈ ਕੇ। ਸੋ ਇਹ ਸਾਰਾ ਕੁਝ ਪਬਲਿਕ ਦੇ ਸਾਹਮਣੇ ਹੈ। ਇਹ ਸਿਰਫ ਇਹ ਆਪਣਾ ਜਿਹੜੀ ਖੋਈ ਹੋਈ ਜਿਹੜੀ ਇਹਨਾਂ ਦੀ ਸਾਖ ਹੈ ਉਹਨੂੰ ਬਹਾਲ ਕਰਨ ਲਈ ਅਕਾਲ ਤਖਤ ਸਾਹਿਬ ਨੂੰ ਵਰਤ ਰਹੇ ਹੈ। ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਥੇ ਦਾ ਇੱਕ ਹੱਥ ਠੋਕਾ ਬਣਿਆ ਹੋਇਆ ਹੈ ਤੇ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਉਸ ਨੂੰ ਡਾਊਨ ਕਰ ਰਿਹਾ ਹੈ। ਉਹਨੂੰ ਜੋਰਾ ਸਿੰਘ ਯਾਦ ਨਹੀਂ ਆਇਆ ਕਿ ਉਹ ਜੋਰਾ ਸਿੰਘ ਨੂੰ ਬੁਲਾ ਕੇ ਪੁੱਛੇ ਕਿ ਵੀ ਕੀ ਗੱਲ ਹੈ, ਤੇਰੇ ਕਮਿਸ਼ਨ ਦੀ ਰਿਪੋਰਟ ਦਾ ਕੀ ਬਣਿਆ। ਉਸ ਨੂੰ ਹੋਰ ਬੰਦੇ ਯਾਦ ਨਹੀਂ ਆਏ। ਉਹਨੂੰ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ, ਰੰਧਾਵਾ, ਪ੍ਰਗਟ ਸਿੰਘ ਜਿਹੜਾ ਨੇ ਸੰਘ ਪਾੜ ਕੇ ਕੈਪਟਨ ਅਮਰਿੰਦਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਹਨੂੰ ਮਤਲਬ ਸੀਐਮ ਤੋਂ ਲਾਉਣ ਤੱਕ ਦੀ ਉਹਨਾਂ ਨੇ ਅਚਕਤੀ, ਉਹਨਾਂ ਨੂੰ ਬੁਲਾ ਕੇ ਨਹੀਂ ਪੁੱਛ ਰਿਹਾ ਬਈ ਕੀ ਵਜ੍ਹਾ ਹੈ, ਤੁਹਾਡਾ ਸੀਐਮ ਕੰਮ ਕਿਉਂ ਨਹੀਂ ਕਰ ਰਿਹਾ। ਲੇਕਿਨ ਉਹ ਸਿਰਫ ਰਣਬੀਰ ਖੱਟੜਾ ਨੂੰ ਬੁਲਾ ਕੇ ਪੁੱਛ ਰਿਹਾ, ਉਹ ਵੀ ਸੁਖਬੀਰ ਦੇ ਕਹੇ ਤੋਂ ਕਿ ਬਈ ਇਹ ਕਿਉਂਕਿ ਸੁਖਬੀਰ ਦਾ ਚਹੇਤਾ ਹੈ, ਰਣਬੀਰ ਸਿੰਘ ਖੱਟੜੇ ਦੇ ਮੁੰਡੇ ਨੇ ਚੋਣ ਲੜਨੀ ਹੈ ਤੇ ਉਹਨੂੰ ਵਾਪਸ ਲਾਈਮਲਾਈਟ ਦੇ ਵਿੱਚ ਲਿਆ ਕਿ ਬੜਾ ਪੰਥ ਦਾ ਝੰਡਾ ਬਰਦਾਰ ਹੈ ਕਿ ਪਹਿਲਾਂ ਜਿੰਨੇ ਮੁੰਡੇ ਮਾਰੇ ਆ ਉਹ ਸਾਰੇ ਪਾਪ ਆ ਧੁੱਲ ਜਾਣ ਤੇ ਆਪਾਂ ਜਵਾਬ ਲੈਣਾ ਧਾਰਨੀ ਸਾਹਿਬ ਤੋਂ ਪੰਥਕ ਲੀਡਰ ਬਣ ਜਾਏ। ਜਾਂ ਤਾਂ ਸੁਖਬੀਰ ਬਾਦਲ ਜਥੇਦਾਰ ਤੋਂ ਕਰਵਾ ਰਿਹਾ ਹੈ। ਇਹ ਇਤਿਹਾਸ ਦੇ ਵਿੱਚ ਬਹੁਤ ਮਾੜਾ ਅਸਰ ਇਹਨਾਂ ਦਾ ਜਾਣ ਵਾਲਾ ਹੈ। ਜੀ ਧਾਰਨੀ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਆ ਰਹੀ ਹੈ ਜੀ, ਆ ਰਹੀ ਹੈ ਜੀ। ਧਾਰਨੀ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦੇ ਬੁਲਾਰੇ ਉਹਨਾਂ ਨੂੰ ਸੁਣਿਆ। ਉਹਨਾਂ ਨੇ ਕਿਹਾ ਕਿ ਅਸੀਂ ਮਹੀਨੇ ਡੇਢ ਮਹੀਨੇ 'ਚ, ਜਿੱਦਾਂ ਨਵਜੋਤ ਸਿੱਧੂ ਨੇ ਵਾਅਦਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਤੇ ਚਾਹੇ ਗੋਲੀकांड ਦੀ ਗੱਲ ਕਰ ਲਈਏ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਪਰ ਦੋਨਾਂ ਹੀ ਬੁਲਾਰਿਆਂ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਰਾਜਸੀ ਤੌਰ ਤੇ ਜਿਹੜਾ ਹੈਗਾ ਅਕਾਲੀ ਦਲ ਦੀ ਪਿੱਠ ਪੂਰ ਰਹੇ ਹੈ। ਤਾਂ ਉਹ ਸਿਲੈਕਟਡ ਜਾਂ ਚੁਣੇ ਹੋਏ ਬੰਦਿਆਂ ਨੂੰ, ਖਾਸ ਤੌਰ ਤੇ ਖੱਟੜਾ ਦੇ ਉੱਤੇ ਉਹਨਾਂ ਨੇ ਸਵਾਲ ਉੱਠਿਆ ਕਿ ਜਿਹੜਾ ਸਾਬਕਾ ਪੁਲਿਸ ਅਧਿਕਾਰੀ ਹੈ ਉਸ ਨੂੰ ਕਿਉਂ ਬੁਲਾਇਆ ਗਿਆ। ਕੱਲ ਨੂੰ ਫਿਰ ਸੁਮੇਧ ਸੈਣੀ ਨੂੰ ਬੁਲਾਇਆ ਜਾਏਗਾ ਜਾਂ ਦੂਜਿਆਂ ਨੂੰ ਬੁਲਾਇਆ ਜਾਏਗਾ? ਜੀ ਧਾਰਨੀ ਸਾਹਿਬ। ਦੇਖੋ, ਜਿੱਥੋਂ ਤੱਕ ਤਾਂ ਅਮਰਿੰਦਰ ਸਿੰਘ ਜੀ ਦੀ ਗੱਲ ਹੈਗੀ ਹੈ, ਇਹਨਾਂ ਦੇ ਅੰਦਰ ਪਤਾ ਨਹੀਂ ਕਿਹੜਾ ਇਸ ਤਰ੍ਹਾਂ ਦੀ ਫਰਸਟ੍ਰੇਸ਼ਨ ਹੈਗੀ ਹੈ ਜਿਹੜੀ ਇਹ ਕੱਢਦੇ ਹੈਗੇ। ਜਥੇਦਾਰ ਨੂੰ ਸਾਹਿਬ ਨੂੰ ਜਥੇਦਾਰੇ ਦੱਸਦੇ ਆ ਜਾਂ ਇਹ ਜਿਹੜੇ ਹੈਗੇ ਹੱਥ ਟੋਕਾ ਦੱਸਦੇ ਆ। ਚਲੋ, ਇਹਨਾਂ ਨੂੰ ਆਪਣਾ ਹੀ ਇਹਨਾਂ ਦੀ ਸੋਚ ਹੈਗੀ ਆ ਔਰ ਇਹ ਉਸ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਨੂੰ ਮਹਾਨ ਵੀ ਮੰਨਦੇ ਆ, ਉਹਦੇ ਥੱਲੇ ਵੀ ਹੈਗੇ ਆ, ਪਰ ਉਹਦੇ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਨੂੰ ਜਥੇਦਾਰ ਜਾਂ ਹੱਥ ਟੋਕੇ ਵੀ ਦੱਸਦੇ ਆ। ਚਲੋ, ਇਹਨਾਂ ਦੀ ਆਪਦੀ ਉਹ ਹੈਗੀ ਆ। ਰਹਿ ਗਈ ਅਗਲੀ ਗੱਲ, ਦੇਖੋ ਮੈਂ ਕਹਿੰਦਾ ਵੀ ਕੋਈ ਸ਼ੁਰੂਆਤ ਜਿੱਥੋਂ ਵੀ ਹੋਵੇ ਉਹ ਹੋਣੀ ਚਾਹੀਦੀ ਹੈਗੀ ਆ। ਮੈਂ ਇਹਨਾਂ ਨੇ ਗੱਲ ਕੀਤੀ ਹੈਗੀ ਆਪਣੇ ਚਾਹਲ ਸਾਹਿਬ ਨੇ ਵੀ ਜਿਹੜੀ 6 ਮਹੀਨੇ ਦੇ ਵਿੱਚ ਅਸੀਂ ਇਨਸਾਫ ਦਵਾਵਾਂਗੇ। ਲਓ, ਮੈਂ ਸਿੱਧੂ ਸਾਹਿਬ, ਮੈਨੂੰ ਮੌਕਾ ਮਿਲ ਗਿਆ ਅੱਜ, ਮੈਨੂੰ 2 ਮਿੰਟ ਦੇ ਦਿਓ, ਜੋ ਮਰਜ਼ੀ ਇਹਨਾਂ ਦੀ ਬਾਤ ਸੁਣੀ ਜਾਏ, ਮੈਨੂੰ ਬੇਸ਼ੱਕ ਨਾ ਸੁਣਿਓ। ਇੱਕ ਫਤਿਹਗੜ੍ਹ ਸਾਹਿਬ ਦੇ ਵਿੱਚ ਤਖਾਣ ਮਾਜਰੇ ਤੇ ਜੱਲਾ ਪਿੰਡ ਦੇ ਵਿੱਚ 2 ਪਿੰਡਾਂ ਦੇ ਵਿੱਚ ਬੇਅਦਬੀਆਂ ਹੋਈਆਂ। ਤੀਜੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਭਵਾਨੀਗੜ੍ਹ ਦੇ ਕੋਲ ਪਿੰਡ ਦੇ ਵਿੱਚ ਹੋਈ। ਲਓ, ਮੈਂ ਤੁਹਾਨੂੰ ਉਹਦੀ ਕਹਾਣੀ ਦੱਸਦਾ, ਸਟੋਰੀ ਦੱਸਦਾ, ਫਿਰ ਮੈਨੂੰ ਜਿਹੜਾ ਹੈਗਾ ਚਹਿਲ ਸਾਹਿਬ ਬੋਲ ਕੇ ਦਿਖਾਉਣ। ਉਸ ਜਿਹੜੀ ਬੇਅਦਬੀ ਹੋਈ ਉਸ ਦੇ ਵਿੱਚ ਬੰਦੇ ਨੂੰ ਲਾਈਵ ਪਕੜ ਲਿਆ ਗਿਆ, ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਹਵਾਲੇ ਕਰਨ ਤੋਂ ਬਾਅਦ ਉਸ ਕੇਸ ਦੇ ਵਿੱਚ ਮੈਂ ਇੱਕ ਐਪਲੀਕੇਸ਼ਨ ਲਾਈ ਕਿ ਇਹ ਜਿਹੜਾ ਬਹੁਤ ਹੀ ਸੈਂਸਿਟਿਵ ਮੈਟਰ ਹੈਗਾ, ਇਹਦੇ ਵਿੱਚ ਇਸ ਬੰਦੇ ਤੋਂ 9 ਮੋਬਾਈਲ, 3 ਸਿਮ ਤੇ ਲੈਪਟਾਪ ਇਹ ਉਹ ਮਿਲਿਆ ਹੈਗਾ
ਵੀ ਇਹਦੀ ਜਿਹੜੀ ਹੈਗੀ ਆ ਡੇਲੀ ਮੋਨੀਟਰਿੰਗ ਜਿਹੜੀ ਹੈਗੀ ਆ ਬਾਈ ਦਾ ਮੈਜਿਸਟ੍ਰੇਟ ਹੋਵੇ, ਜਿਹੜਾ ਸੁਪਰੀਮ ਕੋਰਟ ਵੱਲੋਂ ਜਿਹੜਾ ਹੈਗਾ ਅਲਾਉਡ ਹੈਗਾ। ਉਹਦੇ ਚ ਜਿਹੜਾ ਹੈਗਾ ਇਹਨਾਂ ਦੀ ਪੰਜਾਬ ਸਰਕਾਰ ਨੇ ਠੋਕ ਕੇ ਵਿਰੋਧ ਕੀਤਾ, ਮੇਰੀ ਐਪਲੀਕੇਸ਼ਨ ਡਿਸਮਿਸ ਹੋਈ। ਮੈਂ ਦੂਜੀ ਐਪਲੀਕੇਸ਼ਨ ਫਾਈਲ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਬਲਿਕੇਸ਼ਨ ਜਿਹੜੀ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈਗੀ ਆ। ਬਾਅਦ ਦੇ ਵਿੱਚ ਜਦੋਂ ਸ਼ਰੀਰ ਬਿਰਧ ਹੋ ਜਾਂਦੇ ਆ, ਉਹਨਾਂ ਦੀ ਸਾਂਭ ਸੰਭਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਏ ਇੰਟਰਸਟਡ ਪਾਰਟੀ। ਸਾਨੂੰ ਜਿਹੜਾ ਹੈਗਾ ਨਾਲ ਜਿਹੜਾ ਬਤੌਰ ਐਵੀਡੈਂਸ ਵਿਟਨੈਸ ਵਿੱਚ ਰੱਖਣਾ ਚਾਹੀਦਾ, ਉਸ ਦੀ ਡਟ ਕੇ ਵਿਰੋਧਤਾ ਕਰੀ ਐਂਡ ਐਪਲੀਕੇਸ਼ਨ ਡਿਸਮਿਸ। ਔਰ ਇਹ ਚਲੋ ਮੈਂ ਇਹਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਚਲਾ ਗਿਆ। ਤੀਜੀ ਮੈਂ ਐਪਲੀਕੇਸ਼ਨ ਤੁਹਾਨੂੰ ਦੱਸਦਾ ਜੀ, ਇਹਨਾਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਾ ਕੇ ਇੱਕ ਐਪਲੀਕੇਸ਼ਨ ਦਿੱਤੀ ਕਿ ਜੀ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਇਹਦਾ ਲਾਈ ਡਿਟੈਕਟਰ ਟੈਸਟ ਕਰਾਉਣਾ ਚਾਹੁੰਦੇ ਆ। ਜੱਜ ਨੇ ਅਲਾਉ ਕਰਤੀ ਉਹ ਸਰਕਾਰ ਨੂੰ। ਮੈਂ ਜਾ ਕੇ ਐਪਲੀਕੇਸ਼ਨ ਫੇਰ ਠੋਕਤੀ। ਮੈਂ ਕਿਹਾ ਜੀ ਲਾਈ ਡਿਟੈਕਟਰ ਟੈਸਟ ਇਜ਼ ਅ ਵੈਰੀ ਸਿੰਪਲ ਟੈਸਟ, ਇਹਦੇ ਚ ਨਾਰਕੋ ਜਿਹੜਾ ਹੈਗਾ ਟੈਸਟ ਹੋਣਾ ਚਾਹੀਦਾ ਹੈਗਾ, ਤੇ ਉਹਦੇ ਨਾਲ ਜਿਹੜਾ ਹੈਗਾ ਉਹਦੇ ਚ ਕਈ ਕੰਪਲਿਕੇਟਡ ਟੈਸਟ ਹੈਗੇ ਆ। ਮੈਂ ਕਿਹਾ ਇਹ ਹੋਣੇ ਚਾਹੀਦੇ ਜਿਹੜੇ ਸ਼ਰੂਤੀ ਮਰਡਰ ਕੇਸ ਦੇ ਵਿੱਚ ਹੋਏ। ਲਓ ਜੀ, ਸਰਕਾਰ ਨੇ ਠੋਕ ਕੇ ਮੁਖਾਲਫਤ ਕੀਤੀ, ਮੇਰੀ ਜਿਹੜੀ ਐਪਲੀਕੇਸ਼ਨ ਫੇਰ ਡਿਸਮਿਸ। ਉਹਦੇ ਬਾਅਦ ਤੀਜਾ ਇੰਸੀਡੈਂਟ ਸੁਣੋ, ਇਹਦੇ ਵਿੱਚ 295 ਏ ਤੇ ਸੈਕਸ਼ਨ 18B ਆਫ UAPA ਲੱਗੀ ਵੀ ਸੀ। ਔਰ ਉਸ ਦੇ ਵਿੱਚ ਜਿਹੜੀ ਹੈਗੀ ਆ ਗ੍ਰਹਿ ਮੰਤਰਾਲੇ ਤੋਂ ਜਿਹੜੀ ਹੈਗੀ ਆ ਪਰਮਿਸ਼ਨ ਲੈਣੀ ਹੁੰਦੀ ਆ ਕਿ ਪਰਮਿਸ਼ਨ ਉਹਦੇ ਚ ਸੈਂਕਸ਼ਨ ਆਉਂਦੀ ਹੈ ਜੀ ਬਕਾਇਦਾ। ਉਹ ਸੈਂਕਸ਼ਨ ਲਈ ਜਿਹੜੀ ਫਤਿਹਗੜ੍ਹ ਦੀ ਪੁਲਿਸ ਹੈਗੀ ਆ, ਉਸ ਨੇ ਉਹ ਜਿਹੜਾ ਹੈਗਾ ਸੀ ਸੈਂਟਰ ਗ੍ਰਹਿ ਮੰਤਰਾਲਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੇਸ ਭੇਜਤਾ। ਉਹ ਕੇਸ ਉਹਨਾਂ ਕੋਲ ਜਦੋਂ ਗਿਆ, ਉਹਨਾਂ ਨੇ ਕੀ ਕਰਿਆ, ਉਹਦੀ ਜਿਹੜੀ ਫਾਈਲ ਸੀ ਉਹ ਕਿਹਨੂੰ ਸੌਂਪੀ। ਹੁਣ ਸੁਣੋ ਇੰਟਰਸਟਿੰਗ ਚੈਪਟਰ, ਜਿਹੜਾ ਮਿਸਟਰ ਸਿੰਗਲਾ ਜਿਹੜਾ ਉਸ ਦਿਨ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਹੈਗਾ ਇਨਵੈਸਟੀਗੇਸ਼ਨ ਦੇ ਟਾਈਮ ਬਿਨਾਂ ਸਿੱਟ ਤੋਂ ਜਿਹੜਾ ਪਹੁੰਚ ਗਿਆ ਸੀ, ਉਸ ਬੰਦੇ ਨੇ ਉਹ ਜਿਹੜੀ ਉਹ ਲੈਣੀ ਸੀ, ਪਰਮਿਸ਼ਨ ਲੈਣੀ ਸੀ, ਉਹ ਰਿਜੈਕਟ ਕਰਤੀ ਜੀ। ਰਿਜੈਕਟ ਕਰਕੇ ਉਹ ਕੱਲਾ 295 ਦੇ ਵਿੱਚ ਕੇਸ ਰਹਿ ਗਿਆ। 295 ਦੇ ਵਿੱਚ ਕੇਸ ਰਹਿਣ ਤੋਂ ਬਾਅਦ ਸੁਣੋ ਧਿਆਨ ਨਾਲ ਜੀ, 295 ਲੰਬੀ ਗੱਲ ਹੋ ਗਈ ਸਰ ਤੁਹਾਡਾ, ਬਸ ਨਿਬੜ ਚੱਲਿਆ ਜੀ। 295 ਦੇ ਵਿੱਚ ਜਦੋਂ ਕੇਸ ਰਹਿ ਗਿਆ ਤਾਂ ਉਸ ਦਾ ਚਲਾਨ ਨਹੀਂ ਇਹਨਾਂ ਨੇ ਪੇਸ਼ ਕੀਤਾ। ਚਲਾਨ ਪੇਸ਼ ਕਰਨ ਵਾਸਤੇ 60 ਡੇਜ਼ ਹੁੰਦੇ ਆ, ਇਹਨਾਂ 6 ਮਹੀਨੇ ਚ ਚਲਾਨ ਪੇਸ਼ ਨਹੀਂ ਕਰਿਆ। ਉਹਨੇ 167(2) ਦੇ ਵਿੱਚ ਐਪਲੀਕੇਸ਼ਨ ਲਾਈ, ਆਪਣੇ ਘਰ ਚਲਾ ਗਿਆ। ਘਰ ਜਾਣ ਤੋਂ ਬਾਅਦ ਅੱਜ ਤੱਕ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ। ਮੈਨੂੰ ਚਾਹ ਕਿ ਕਿੱਥੇ ਇਹਦੇ ਚ ਬੇਅਦਬੀ ਦੇ ਵਿੱਚ ਕਿੱਥੇ ਸੁਹਿਰਦਤਾ ਇਹਨਾਂ ਦੀ ਹੈਗੀ ਆ। ਤਾਨੀ ਸਾਹਿਬ ਆਪਾਂ ਜਵਾਬ ਲੈਣੇ ਆ। ਮੇਰੀ ਬੇਨਤੀ ਹੈ ਕਿ ਨਿੱਕਾ ਜਿਹਾ ਸਵਾਲ ਜ਼ਰੂਰ, ਜਿਹੜੀਆਂ ਸਾਰੀਆਂ ਮੰਦਭਾਗੀਆਂ ਘਟਨਾਵਾਂ, ਮੈਂ ਇਹਦੇ ਤੇ 4 ਸਾਲ ਤੋਂ ਜਵਾਬ ਡੈਫੀਨੇਟਲੀ ਲੈਣਾ ਹੈ। ਪਰ ਇੱਕ ਨਿੱਕਾ ਜਿਹਾ ਸਵਾਲ ਦੇਖੋ, ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਇਹਨਾਂ ਨੂੰ ਕੋਈ ਵੀ ਜਸਟੀਫਾਈ ਨਹੀਂ ਕਰੇਗਾ। ਆਪਾਂ 4 ਸਾਲ ਤੋਂ ਪੁੱਛਦੇ ਵੀ ਹਾਂ, ਪਰ ਇਹਦੇ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਉਹਦੇ ਤੇ ਚਾਹੇ ਪਿਛਲੀ ਸਰਕਾਰ ਹੈ ਚਾਹੇ ਮੌਜੂਦਾ ਸਰਕਾਰ ਹੈ, ਉਹਦੀ ਜਸਟੀਫਿਕੇਸ਼ਨ ਦਾ ਸਰ ਹੁੰਦੀ ਨਹੀਂ ਨਾ ਇਹਨਾਂ ਗੱਲਾਂ ਨਾਲ। ਮੈਂ ਕਹਿਣਾ ਜੀ ਕਿਸੇ ਸਰਕਾਰ ਦੀ ਕਿਸੇ ਦਾ ਜ਼ਿੰਮੇਵਾਰ ਠਹਿਰਾਓ ਨਾ ਜੀ, ਕਿਸੇ ਨੂੰ ਦੇਖੋ ਕੋਈ ਆਪਣੀ ਡਿਊਟੀ ਤਾਂ ਕਰੋ ਨਾ। ਹੁਣ ਕੀ ਇਹਨਾਂ ਨੇ ਪੁਲਿਸ ਨੂੰ ਕੀ ਕਹਿਤਾ, ਇਹਨਾਂ ਨੇ ਪੁਲਿਸ ਤੋਂ ਬੰਦਾ ਜਵਾਬ ਲੈਣੇ ਆ 2 ਦੇ ਵਿੱਚ ਜਮਾਨਤ ਲੈ ਕੇ ਕਰ ਗਿਆ। ਇਹਨਾਂ ਨੇ ਆਪਣੇ ਕੋਲ ਸਮਾਂ ਨਹੀਂ ਤਾਂ ਜੀ ਸਰ, ਤਾਨੀ ਸਾਹਿਬ ਸਮਾਂ ਨਹੀਂ ਹੈਗਾ, ਫਿਰ ਬ੍ਰੇਕ ਤੇ ਜਾਣਾ, ਆਪਾਂ ਜਵਾਬ ਲੈ ਲਈਏ। ਚਾਲ ਸਾਹਿਬ, ਤਾਨੀ ਸਾਹਿਬ ਨੇ ਦੱਸਿਆ 3 ਮੰਦਭਾਗੀਆਂ ਘਟਨਾਵਾਂ, ਜਿਹਦੇ ਚ ਕਿਹਾ ਕਿ ਬਾਰ-ਬਾਰ ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਐਪਲੀਕੇਸ਼ਨ ਡਿਸਮਿਸ ਹੋਈ, ਜਿਸ ਤਰੀਕੇ ਨਾਲ ਜਾਂਚ ਦਾ ਮਾਮਲਾ ਸਾਰਾ ਖੁਰਦ-ਬੁਰਦ ਕੀਤਾ ਗਿਆ। ਉਹ ਕਹਿੰਦੇ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਦੀ ਕਿੰਨੀ ਕੁ ਜਿਹੜੀ ਹੈ ਇਸ ਪਾਸੇ 'ਚ ਗੰਭੀਰਤਾ ਨਜ਼ਰ ਆਉਂਦੀ ਹੈ। ਜਦੋਂ ਬੇਅਦਬੀ ਦੇ ਮੁੱਦੇ ਵਾਪਰਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਹੀ ਜਾਣਬੁੱਝ ਕੇ ਪੋਲੀਟੀਕਲ ਤੌਰ ਤੇ ਰੂਪ ਦੇਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇੱਕ ਸਿੱਧੂ ਸਾਹਿਬ, ਪਹਿਲਾਂ ਤਾਂ ਮੇਰੀ ਗੱਲ ਸੁਣੋ। ਮੈਂ ਧਾਰਨੀ ਸਾਹਿਬ ਦੀ ਜਿਹੜੀ ਆ ਗੱਲ ਹੈਗੀ ਹੈ, ਕੀ ਉਹਦੇ ਵਿੱਚ ਗੱਲਾਂ ਨਹੀਂ ਆ, ਕੀ ਬਾਤਾਂ ਰਹੀਆਂ, ਕਿਉਂ ਰਿਜੈਕਟ ਹੋਈ, ਕੀ ਕਾਰਨ ਰਹੇ। ਬਟ ਧਾਰਨੀ ਸਾਹਿਬ, ਇੱਕ ਗੱਲ ਦੀ ਮੈਂ ਤੁਹਾਡੇ ਨਾਲ ਨਾ ਟੀਮ ਤੇ ਕਮਿਟਮੈਂਟ ਕਰਦਾ ਇੱਥੇ, ਆਈ ਵਿਲ ਮੀਟ ਯੂ ਵਿਦਿਨ 1 ਡੇਜ਼। ਆ ਜਿਹੜੀ ਕਾਰਵਾਈ ਹੈ ਨਾ, ਤੁਸੀਂ ਮੈਨੂੰ ਬਹਿ ਕੇ ਸਮਝਾਇਓ ਇਹ ਸਾਰੀ ਗੱਲ। ਤੇ ਜਿੱਥੇ ਕੋਈ ਨਾ, ਜਿਹੜੀ ਸਿੰਗਲੇ ਦੀ ਤੁਸੀਂ ਗੱਲ ਕਰਦੇ ਹੋ ਵੀ ਸਿੰਗਲੇ ਨੇ ਉੱਥੇ ਪੇਸ਼ ਨਹੀਂ ਹੋਇਆ, ਮੈਂ ਅੱਜ ਤੁਹਾਡੇ ਟੀਵੀ ਤੇ ਕਹਿਣਾ, ਮੈਨੂੰ ਤੁਸੀਂ ਪਿਓ ਦਾ ਪੁੱਤ ਨਾ ਆਖਿਓ ਵੀ ਜੇ ਇਹਦੇ ਲਈ ਮੈਂ ਮੁੱਦਾ ਨਾ ਉਠਾਵਾਂ ਇਹਨਾਂ 2 ਕੇਸਾਂ।
ਜੇ ਪਾਰਟੀ ਦੀ ਸਥਿਰਤਾ ਹੈ ਨਹੀਂ ਇਹਦੇ ਤੇ, ਚਾਹੇ ਮੈਨੂੰ ਆਪਦੀ ਸਰਕਾਰ ਦੇ ਖਿਲਾਫ ਜਾਣਾ ਪਵੇ, ਪਰ ਮੈਂ ਤੁਹਾਨੂੰ ਇੱਕ ਵਾਰੀ ਮਿਲ ਕੇ ਗੱਲਾਂ ਜ਼ਰੂਰ ਸਮਝੂਗਾ ਵੀ ਕੀ ਹੈ, ਕਿਉਂ ਕੀ ਨਹੀਂ ਕਾਰਨ ਰਹੇ ਉਹਦੇ। ਦੂਜੀ ਗੱਲ, ਆਪਾਂ ਇਸ ਚੀਜ਼ ਦੇ ਵਿੱਚ ਹਮੇਸ਼ਾ ਇਹ ਕਹਿ ਦਿੰਦੇ ਕਿ ਜੀ ਰਾਜਨੀਤੀ ਚੱਲ ਰਹੀ ਹੈ। ਜਦੋਂ ਇੱਕ ਬਹੁਤ ਵੱਡੇ 2 ਇੰਸੀਡੈਂਟ ਹੋਏ ਆ ਬਾਦਲ ਸਰਕਾਰ ਵੇਲੇ, ਗੋਲੀकांड ਤੇ ਬੇਅਦਬੀ, ਜਿਹਦਾ ਇਨਸਾਫ ਲੈਣ ਲਈ ਪੰਜਾਬ ਦੇ ਲੋਕ ਹਰ ਦਿਨ ਹਰ ਮੋੜ ਤੇ ਗੱਲ, ਹਰੇਕ ਪਾਰਟੀ ਕਾਂਗਰਸ ਤੋਂ ਸਵਾਲ, ਜਿੰਨਾ ਚਿਰ ਇਹਦਾ ਫੈਸਲਾ ਨਹੀਂ ਆਉਂਦਾ ਉਹਨਾਂ ਦਿਨ ਅਕਾਲੀ ਦਲ ਦੇ ਚੋਂ ਬਰੀ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਦੇ ਰਾਜ ਦੇ ਵਿੱਚ ਹੋਇਆ, ਇਹਨਾਂ ਦੇ ਟਾਈਮ ਦੇ ਵਿੱਚ ਹੋਇਆ। ਕੱਲ ਨੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਕਰਾਂ, ਕੱਲ ਨੂੰ ਜੇ ਫੈਸਲਾ ਕਾਂਗਰਸ ਪਾਰਟੀ ਨਹੀਂ ਕਰ ਸਕਦੀ ਤਾਂ ਦੋਨਾਂ ਦੇ ਨਾਲ ਉੱਥੇ ਕਟਹਿਰੇ ਦੇ ਕਾਂਗਰਸ ਪਾਰਟੀ ਵੀ ਖੜੂ ਤੇ ਅਕਾਲੀ ਦਲ ਵੀ ਖੜੂਗਾ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਦੋਨਾਂ ਨੂੰ ਸਵਾਲ ਪੁੱਛਣਗੇ, ਕਿਉਂਕਿ ਇੱਕ ਦੇ ਰਾਜ ਦੇ ਵਿੱਚ ਬੇਅਦਬੀ ਤੇ ਦੂਜੇ ਨੇ ਆਪਦੇ ਪਾਮ ਦੇ ਉੱਪਰ ਕੁੱਤਾ ਸਾਹਿਬ ਰੱਖ ਕੇ ਸਹੁੰ ਖਾਧੀ ਕਿ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਦੇਊਂਗਾ। ਸੋ ਇਹ ਦੋਨੇ ਹੀ ਬੰਦੇ ਇਸ ਚੀਜ਼ ਦੇ ਗੁਨਾਹਗਾਰ ਹੋਣਗੇ। ਤੀਜੀ ਗੱਲ 2 ਮਿੰਟ ਧਾਰਨੀ ਸਾਹਿਬ 2 ਮਿੰਟ। ਗੁਰੂ ਦੇ ਨਾਲ ਜੀ ਸਭ ਤੋਂ ਪਹਿਲਾਂ ਆਪਾਂ ਪਾਰਟੀਆਂ ਦੇ ਨੁਮਾਇੰਦੇ ਹੋਣ ਦੇ ਨਾਤੇ ਦਿੱਤੇ ਸਿੱਖਾਂ, ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਆ, ਗੁਰੂ ਸਾਹਿਬ ਨੇ ਆਪਦੇ ਜਾਣ ਤੋਂ ਬਾਅਦ ਕਹਿਤਾ ਸੀ ਕਿ ਤੁਹਾਡੇ 'ਚ ਮੈਂ ਹਾਜ਼ਰ ਨਾਜ਼ਰ ਆ, ਤੁਸੀਂ ਗੁਰੂ ਮਾਨਿਓ ਗ੍ਰੰਥ। ਜੇ ਅਸੀਂ ਆਪਦੇ ਗ੍ਰੰਥ ਨੂੰ ਥੱਲੇ ਰੱਖ ਕੇ ਆਪਦੇ ਗ੍ਰੰਥ ਦੀ ਬੇਅਦਬੀ ਦੀਆਂ ਗੱਲਾਂ ਭੁੱਲ ਕੇ ਪਾਰਟੀਆਂ ਦੇ ਨੁਮਾਇੰਦੇ ਹੋ ਕੇ ਡਿਪੈਂਡ ਕਰਨ ਲੱਗੇ, ਅੱਜ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਵੀ ਪਤਾ ਲੱਗ ਗਿਆ ਸਾਰਿਆਂ ਨੂੰ, ਤੇ ਇਸ ਚੀਜ਼ ਦਾ ਸ਼ਾਇਦ ਮੇਰੀ ਪਾਰਟੀ ਦੇ ਬੰਦਿਆਂ ਨੂੰ ਵੀ ਬਹੁਤ ਗੱਲ ਮਾੜੀ ਲੱਗੂ। ਇਸ ਚੀਜ਼ ਦਾ ਖਾਮਿਆਜ਼ਾ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਆ ਗਿਆ ਵੀ ਗੁਰੂ ਦੇ ਵਿੱਚ ਕੀ ਪਾਵਰ ਆ। ਜਿੱਥੇ 16 MLA ਰਹਿ ਜਾਣ, ਜਿੱਥੇ 17 ਰਹਿ ਜਾਣ, ਗੁਰੂ ਬਹੁਤ ਵੱਡੀ ਚੀਜ਼ ਆ। ਸੋ ਗੁਰੂ ਦੇ ਨਾਲ ਜਿਹੜੇ ਬੰਦੇ ਨੇ ਪੰਗਾ ਲਿਆ ਅੱਜ ਤੱਕ ਉਹ ਕਦੇ ਬਚਿਆ ਤਾਂ ਹੈ ਨਹੀਂਗਾ। ਸੋ ਆਪਾਂ ਬੜੇ ਬਹੁਤ ਵੱਡੀ ਗੱਲ ਕਰੀ ਹੈ ਨਾਲ, ਚਾਹੇ ਪਾਰਟੀਆਂ ਆਪਣੀਆਂ ਪਾਰਟੀਆਂ 'ਚ ਆਵਾਜ਼ ਰੱਖੀਏ ਵੀ ਭਾਈ ਬੇਅਦਬੀ ਦੇ। ਥੈਂਕ ਯੂ ਰਾਣਾ ਜੀ। ਤੁਸੀਂ ਫਿਰ ਗੱਲ ਕਰਦੇ ਹੋ ਰਾਣਾ ਜੀ, ਤੁਸੀਂ ਜਥੇਦਾਰ ਦੀ ਜਿਹਨੇ ਅਮਰਿੰਦਰ ਜੀ ਨੇ ਗੱਲ ਰਾਣਾ ਜੀ ਬਹੁਤ ਲੇਰਾ ਨਾ ਕਮੈਂਟ ਕੀ ਤੁਹਾਡਾ। ਕਾਲ ਤਖਤ ਦਾ ਜਥੇਦਾਰ ਸਮੇਤ ਸੈਣੀ ਨੂੰ ਬੁਲਾਊਗਾ, ਕੀ ਉਮਰਾ ਨੰਗਲ ਨੂੰ ਬੁਲਾਊਗਾ, ਕੀ ਜਸਟਿਸ ਜੋਰਾ ਸਿੰਘ ਨੂੰ ਪੁੱਛੂਗਾ ਵੀ 1.5 ਸਾਲ ਤੇ ਕਾਰਵਾਈ ਕਿਉਂ ਨਹੀਂ ਕੀਤੀ। ਜੇ ਆਪਾਂ ਰਹਿਨਮਾਈ ਕਰਦੇ ਹਾਂ, ਧਰਮ ਦੀ ਰਹਿਨਮਾਈ ਕਰਦੇ ਹਾਂ, ਸਾਰੇ ਉਸ ਚੀਜ਼ ਦੇ ਆ ਜਾਂਦੇ ਆ। ਮੈਂ ਕਹਿਣਾ ਸੁਖਜਿੰਦਰ ਰੰਧਾਵਾ ਨੂੰ ਵੀ ਬੁਲਾਉਣ ਉੱਥੇ। ਜੀ ਆਪਾਂ ਜਵਾਬ ਲੈਣੇ ਆ। ਹੁਣ ਸਮਾਂ ਇੱਕ ਬ੍ਰੇਕ ਦਾ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਕਿੰਨੀ ਕੁ ਸੰਜੀਦਗੀ ਹੈ, ਕਿੰਨੀ ਕੁ ਰਾਜਨੀਤੀ ਹੈ, ਇਹਨਾਂ ਸਾਰੇ ਮੁੱਦਿਆਂ ਤੇ ਆਪਾਂ ਮਹਿਮਾਨਾਂ ਦੇ ਨਾਲ ਲਵਾਂਗੇ ਸਵਾਲ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਅਮਰਿੰਦਰ ਜੀ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਧਾਰਨੀ ਜੀ ਕਹਿ ਰਹੇ ਸੀ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਜਿਸ ਤਰ੍ਹਾਂ ਦੀ ਭਾਸ਼ਾ ਵਰਤਣੀ ਚਾਹੀਦੀ ਹੈ ਉਹਦੀ ਉਸ ਤਰ੍ਹਾਂ ਦੀ ਤੋਕੋ ਨਹੀਂ ਕੀਤੀ ਜਾ ਰਹੀ ਜਿੱਦਾਂ ਦੀ ਤੁਸੀਂ ਭਾਸ਼ਾ ਵਰਤ ਰਹੇ ਹੋ। ਇੱਕ ਗੱਲ। ਦੂਜਾ ਮੁੱਦਾ ਜਿਹੜਾ ਜਦੋਂ ਆਪਾਂ ਗੱਲ ਕਰਦੇ ਹਾਂ, ਰਾਣਾ ਚਾਲ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਉਹਨਾਂ ਨੇ ਕੁਝ ਨਹੀਂ ਕੀਤਾ, ਲੋਕਾਂ ਨੇ ਸਜ਼ਾ ਦਿੱਤੀ। ਜੇ ਕੈਪਟਨ ਅਮਰਿੰਦਰ ਵੀ ਨਹੀਂ ਕਰੇਗਾ ਤਾਂ ਇਸ ਨੂੰ ਵੀ ਸਜ਼ਾ ਮਿਲੇਗੀ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਕੈਪਟਨ ਅਮਰਿੰਦਰ ਨੇ ਜੇ ਹੁਣ ਤੱਕ ਨਹੀਂ ਕੀਤਾ ਤਾਂ ਉਹਦੇ ਨਾਲ ਵੀ 16 MLA ਰਹਿ ਗਏ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਬਹੁਤ ਵੱਡਾ ਹੈ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਦੋਨਾਂ ਬੁਲਾਰਿਆਂ ਨੂੰ ਤੁਸੀਂ ਸੁਣਿਆ, ਤੁਹਾਡੇ ਬਾਰੇ ਵੀ ਕਮੈਂਟਸ ਕੀਤੇ ਹੈ, ਕੀ ਕਹੋਗੇ ਅਮਰਿੰਦਰ ਜੀ? ਦੇਖੋ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਜੋ ਧਾਰਨੀ ਸਾਹਿਬ ਨੇ ਗੱਲ ਕੀਤੀ ਹੈ ਕਿ ਬਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪ੍ਰਤੀ ਮੈਂ ਕੋਈ ਮੰਦੀ ਸ਼ਬਦਾਵਲੀ ਨਹੀਂ ਬੋਲੀ ਉਹਨਾਂ ਦੇ ਪ੍ਰਤੀ। ਮੈਂ ਸਿਰਫ ਇਹ ਕਿਹਾ ਕਿ ਉਹਨਾਂ ਦਾ ਜਿਹੜਾ ਕੰਡਕਟ ਹੈ ਬੀਇੰਗ ਜਥੇਦਾਰ, ਉਹ ਐਜ਼ ਪਰ ਸਿੱਖ ਟ੍ਰੈਡੀਸ਼ਨ ਨਹੀਂ ਹੈ। ਜੋ ਸਿੱਖਾਂ ਦੀ ਮਨ ਦੇ ਵਿੱਚ ਤਵੱਕੋ ਹੈ ਕਿ ਉਹ ਨਿਰਪੱਖ ਹੋ ਕੇ ਹਰ ਇੱਕ ਸਿੱਖ ਨੂੰ ਇੱਕ ਨਿਗਾਹ ਨਾਲ ਦੇਖਣ, ਉਹ ਸਾਨੂੰ ਦੇਖਣ ਨੂੰ ਨਹੀਂ ਮਿਲ ਰਿਹਾ। ਉਹ ਜੋ ਸੁਖਬੀਰ ਬਾਦਲ ਨੂੰ ਡਿਕਟੇਸ਼ਨ ਦੇ ਰਹੇ ਆ ਉਹੀ ਉਹ ਕੰਮ ਕਰ ਰਹੇ ਆ ਤੇ ਆਪਣੇ ਉਹ ਪੰਥਕ ਰੌ ਰੀਤਾਂ ਨੂੰ ਛਿੱਕੇ ਤੇ ਉਹਨਾਂ ਨੇ ਟੰਗਿਆ ਹੋਇਆ ਹੈ। ਜੇ ਇਹ ਗੱਲ ਨਾ ਹੁੰਦੀ ਤੇ ਉਹ ਰਣਵੀਰ ਖੱਟੜਾ ਵਰਗਾ ਬੰਦਾ ਜਿਹੜਾ ਸੁਮੇਧ ਸੈਣੀ ਦਾ ਸੱਜਾ ਹੱਥ ਸੀ, ਜਿਹਨੇ ਰੱਜ ਕੇ ਸਿੱਖਾਂ ਦੇ ਬੱਚਿਆਂ ਦੇ ਖੂਨ ਦੀ ਹੋਲੀ ਖੇਡੀ ਹੈ, ਕਤਲ ਕੀਤਾ ਉਹਨੇ ਸੁਮੇਧ ਸੈਣੀ ਨਾਲ ਰਲ ਕੇ। ਪੰਜਾਬ ਪੁਲਿਸ ਦੇ ਸਾਰੇ ਜਿਹੜੇ ਅਫਸਰ ਜਿਨ੍ਹਾਂ ਦੇ ਸਿੱਖਾਂ ਨੂੰ ਮਾਰਨ ਦੇ ਜਿਨ੍ਹਾਂ ਦੇ ਦੋਸ਼ ਹੈ, ਉਹਨਾਂ ਦੇ ਵਿੱਚ ਸਭ ਤੋਂ ਅੱਗੇ ਉਹਨਾਂ ਦਾ ਨਾਮ ਲਿਆ ਜਾਂਦਾ ਹੈ। ਲੇਕਿਨ ਉਸ ਨੂੰ ਉੱਥੇ ਅਕਾਲ ਤਖ਼ਤ ਸਾਹਿਬ ਤੇ ਬੁਲਾਉਣਾ ਤੇ ਉਸ ਤੋਂ ਕੋਸ਼ਿਸ਼ ਕਰਨੀ, ਇਹ ਸਾਰਾ ਕੁਝ ਦਰਸਾਉਂਦਾ ਹੈ ਕਿ ਇਹ ਜਥੇਦਾਰ ਆਪ ਨਹੀਂ ਕਰ ਰਿਹਾ, ਉਹਨੂੰ ਕਰਵਾਇਆ ਜਾ ਰਿਹਾ। ਕਿਉਂਕਿ ਰਣਬੀਰ ਖੱਟੜਾ ਦਾ ਜਿਹੜਾ ਬੇਟਾ ਹੈ ਉਹ ਸੁਖਬੀਰ ਬਾਦਲ ਦਾ ਸੱਜਾ ਹੱਥ ਹੈ। ਉਸ ਨੂੰ ਉਹਨਾਂ ਨੇ ਆਪਣੇ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਹੋਈ ਹੈ, ਇਲੈਕਸ਼ਨ ਲੜਾਈ ਹੈ ਉਸ ਨੂੰ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹੀ ਅਸੀਂ ਸਮਝ ਸਕਦੇ ਹਾਂ ਕਿ ਸਾਰੀ ਪੰਜਾਬ ਪੁਲਿਸ ਦੇ ਵਿੱਚੋਂ ਇੱਕ ਰਣਬੀਰ ਖੱਟੜਾ ਨੂੰ ਹੀ ਕਿਉਂ ਚੁਣਿਆ, ਪਰਮਰਾਜ ਉਮਰਾ ਨੰਗਲ ਨੂੰ ਨਹੀਂ ਚੁਣਿਆ ਉਹਨਾਂ ਨੇ ਸੁਮੇਧ ਸੈਣੀ ਨੂੰ ਨਹੀਂ ਚੁਣਿਆ, ਉਹਨਾਂ ਨੇ ਹੋਰ ਵਿਜੇ ਪ੍ਰਤਾਪ ਨੂੰ ਨਹੀਂ ਚੁਣਿਆ ਜਿਹਨੇ ਅਸਤੀਫਾ ਦਿੱਤਾ ਹੈ।
ਉਸ ਤੋਂ ਇਲਾਵਾ ਕੀ ਜਿਹੜੇ ਕਾਂਗਰਸ ਦੇ ਐਮਐਲਏ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਹਨਾਂ ਨੂੰ ਸਿੱਖ ਨਹੀਂ ਮੰਨਦੇ? ਉਹ ਨਵਜੋਤ ਸਿੰਘ ਨੂੰ ਸਿੱਖ ਨਹੀਂ ਮੰਨਦੇ? ਉਹ ਰੰਧਾਵੇ ਨੂੰ ਸਿੱਖ ਨਹੀਂ ਮੰਨਦੇ? ਪ੍ਰਗਟ ਸਿੰਘ ਨੂੰ ਸਿੱਖ ਨਹੀਂ ਮੰਨਦੇ? ਉਹ ਕਿਉਂਕਿ ਉਹਨਾਂ ਨੇ ਇੰਨਾ ਬੁਲੰਦ ਕੀਤਾ ਇਸ ਆਵਾਜ਼ ਨੂੰ ਕਿ ਕੈਪਟਨ, ਜਿਵੇਂ ਚਹਿਲ ਸਾਹਿਬ ਨੇ ਕਿਹਾ ਕਿ ਕੈਪਟਨ ਸਾਹਿਬ ਨਾਲ ਬੰਦੇ ਹੀ ਥੋੜੇ ਜਿਹੇ ਰਹਿ ਗਏ। ਹਾਲਾਤ ਗੁਰੂ ਮਹਾਰਾਜ ਦੀ ਜੋ ਕਲਾ ਵਰਤ ਰਹੀ ਹੈ ਉਹ ਇਹ ਕਰਤੀ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਮਤਲਬ ਬਾਦਸ਼ਾਹ ਸੀਗਾ ਕਾਂਗਰਸ ਦਾ, ਉਹ ਅੱਜ ਬਾਦਸ਼ਾਹ ਤੋਂ ਆਪਣਾ ਮੰਤਰੀ ਮੰਡਲ ਨਹੀਂ ਆਪ ਬਣਾ ਪਾ ਰਿਹਾ। ਉਹਦੇ 'ਚ ਇੰਨੀ ਸਮਰੱਥਾ ਨਹੀਂ ਰਹੀ ਕਿ ਉਹ ਮੰਤਰੀ ਮੰਡਲ ਆਪਣੀ ਮਰਜ਼ੀ ਦਾ ਬਣਾ ਲਵੇ। ਸੋ ਉਹ ਕਿੱਥੇ 4 ਸਾਲਾਂ 'ਚ ਕਿੱਥੋਂ ਕਿੱਥੇ ਪਹੁੰਚਾਤਾ ਉਸਨੂੰ, ਤੇ ਅਜੇ ਹੋਰ ਜਾਏਗਾ ਅੱਗੇ। ਉਹ ਸਾਰੀ ਕਾਂਗਰਸ ਨੂੰ ਲੈ ਡੁੱਬੇਗਾ। ਇਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ, ਕਿਉਂਕਿ ਜਿਸ ਨੇ ਗੁਰੂ ਮਹਾਰਾਜ ਦੇ ਨਾਲ ਧਰੋਹ ਕਮਾਇਆ ਤੇ ਉਹਦੇ ਨਾਲ ਖਿਲਵਾੜ ਕੀਤਾ ਹੈ, ਜਿਵੇਂ ਸੁਖਬੀਰ ਬਾਦਲ ਸੱਤਾ ਤੋਂ ਬਾਹਰ ਹੈ, ਤਾਂ ਕੈਪਟਨ ਅਮਰਿੰਦਰ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਉਹ ਸੱਤਾ ਤੋਂ ਬਾਹਰ ਹੋਣਗੇ। ਜੀ ਧਾਰਮੀ ਸਾਹਿਬ, ਤੁਸੀਂ ਰਾਣਾ ਚਾਲ ਨੂੰ ਤਾਂ ਸੁਣਿਆ ਹੀ ਆ। ਅਮਰਿੰਦਰ ਜੀ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਮੈਂ ਖਿਲਾਫ ਨਹੀਂ ਆ, ਪਰ ਇੱਕ ਪਾਸੜ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰ ਰਿਹਾ ਹੈ ਉਸ ਕਰਕੇ ਖਾਸ ਤੌਰ ਤੇ ਉਹ ਕਹਿੰਦੇ ਕਿ ਜੋ ਸੁਖਬੀਰ ਬਾਦਲ ਚਾਹੁੰਦੇ ਹੈ, ਇਸੇ ਕਰਕੇ ਉਹਨਾਂ ਨੇ ਕੇਵਲ ਇੱਕੋ ਪੁਲਿਸ ਅਧਿਕਾਰੀ ਰਣਵੀਰ ਖੱਟੜਾ ਨੂੰ ਕਿਉਂ ਬੁਲਾਇਆ। ਹੋਰ ਪੁਲਿਸ ਅਧਿਕਾਰੀਆਂ ਦੀ ਗੱਲ ਕਰਦੇ ਹੈ, ਇਸ ਤਰ੍ਹਾਂ ਰਾਜਸੀ ਆਗੂਆਂ ਦੀ ਗੱਲ ਕਰਦੇ ਹੈ, ਪ੍ਰਗਟ ਸਿੰਘ ਦੀ, ਨਵਜੋਤ ਸਿੱਧੂ ਦੀ। ਇਸ ਮੁੱਦੇ ਤੇ ਵੀ ਧਾਰਨੀ ਸਾਹਿਬ ਤੁਹਾਡੇ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬ ਨੇ ਇੱਕੋ ਹੀ ਪੁਲਿਸ ਅਧਿਕਾਰੀ ਨੂੰ ਕਿਉਂ ਬੁਲਾਇਆ ਤੇ ਇੱਕ ਪਾਸੜ ਕਾਰਵਾਈ ਉਹ ਕਹਿੰਦੇ ਕੀਤੀ ਜਾ ਰਹੀ ਹੈ ਜਥੇਦਾਰ ਵੱਲੋਂ। ਦੇਖੋ ਅਮਰਿੰਦਰ ਜੀ ਦੀਆਂ ਗੱਲਾਂ ਦਾ ਮੈਂ ਬਹੁਤਾ ਦੇਖੋ, ਇਹਨਾਂ ਦੇ ਅੰਦਰ ਤਾਂ ਸਿਰਫ ਇੱਕੋ ਇੱਕ ਗੱਲ ਹੈਗੀ ਹੈ ਕਿ ਬਾਦਲਾਂ ਨੂੰ ਕਿਵੇਂ ਮਾੜਾ ਕਿਹਾ ਜਾਵੇ, ਬਾਦਲਾਂ ਦੇ ਨਾਲ ਰਿਲੇਟਡ ਬੰਦੇ ਹੈਗੇ ਜਿਹੜੇ, ਉਹਨਾਂ ਨੂੰ ਕਿਵੇਂ ਮਾੜਾ ਕਿਹਾ ਜਾਵੇ। ਚਲੋ ਇਹਨਾਂ ਦਾ ਕੋਈ ਹੋਊ ਅੰਦਰ, ਇਹਨਾਂ ਦੇ ਪਰਸਨਲ ਕੋਈ ਰੰਜਿਸ਼ ਹੋ ਸਕਦੀ ਹੈ, ਕਿਉਂਕਿ ਇਹ ਵੀ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੋਈ ਨਹੀਂ, ਚਲੋ ਇਹ ਵੀ ਉਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਰਹੇ ਹੈਗੇ। ਅਨਫੋਰਚੂਨੇਟਲੀ ਹੁਣ ਨਹੀਂ ਹੈਗੇ, ਹੋ ਸਕਦਾ ਟਿਕਟ ਨਾ ਮਿਲੀ ਹੋਵੇ, ਹੋਰ ਕੋਈ ਗੱਲ ਹੋਵੇ, ਮੈਨੂੰ ਨਹੀਂ ਪਤਾ। ਪਰ ਮੈਂ ਇੱਕੋ ਗੱਲ ਕਹਿਣਾ ਹੈ, ਇਹ ਥੋੜਾ ਸੋਚਣ ਕਿ ਉਹਨਾਂ ਨੇ ਇੱਕ ਸਿੱਟ ਦੇ ਉਹਨੂੰ ਬੁਲਾਇਆ ਹੈਗਾ, ਮੈਂਬਰ ਨੂੰ ਬੁਲਾਇਆ ਹੈਗਾ, ਉਹਦੇ ਚ ਜਿਹੜੇ ਬੰਦੇ ਆਪ ਦੋਸ਼ੀ ਤੁਸੀਂ ਕਰਾਰ ਦਿੱਤੇ ਹੋਏ ਆ, ਉਹਨਾਂ ਨੂੰ ਕਿਉਂ ਬੁਲਾਉਣਗੇ? ਉਹ ਸਿੱਟ ਵਾਲੇ ਬੰਦਿਆਂ ਤਾਂ ਬੁਲਾ ਕੇ ਪੁੱਛਗਿੱਛ ਕਰ ਸਕਦੇ ਆ ਕਿ ਉਹਨਾਂ ਨੇ, ਔਰ ਇਹ ਵੀ ਇਹੀ ਕਿਹਾ ਕਿ ਮੋਟਾ ਮੋਟਾ ਸਾਨੂੰ ਦੱਸੋ ਵੀ ਉੱਥੇ ਕੀ ਕੁਝ ਹੋਇਆ। ਉਹਨਾਂ ਨੇ ਮੌਕੇ ਦੇ ਉੱਤੇ ਜੋ ਠੀਕ ਲੱਗਿਆ ਉਹ ਉਹਨਾਂ ਨੇ, ਹੁਣ ਇਹਨਾਂ ਦੀ ਜਾਤੀ ਪਤਾ ਨਹੀਂ ਕੀ ਲੜਾਈ ਹੈਗੀ ਆ। ਉਹ ਦੇਖੋ, ਮੈਂ ਵੀ ਬਹੁਤ ਦੇਰ ਤੋਂ, ਜਾਂ ਹੋ ਸਕਦਾ ਮੈਨੂੰ ਨਾ ਵੀ ਪਤਾ ਹੋਵੇ, ਉਹ ਖੂਨ ਨਾਲ ਮੈਂ ਉਹ ਜੀ ਉਹ ਸੁਮੇਧ ਸੈਣੀ ਦਾ ਲੈਫਟ ਹੈਂਡ ਰਾਈਟ ਹੈਂਡ ਮੈਂ ਤਾਂ ਕਦੇ ਮੈਨੂੰ ਸੁਣਿਆ ਨਹੀਂ, ਪਤਾ ਲੱਗਿਆ, ਔਰ ਨਾਲ ਉਹਨਾਂ ਦੇ ਬੇਟੇ ਨੂੰ ਵੀ ਜੋੜਤਾ। ਹੁਣ ਜਿਹੜੇ ਪੁਲਿਸ ਅਫਸਰ ਇਸ ਤਰ੍ਹਾਂ ਦੇ ਹੈਗੇ ਆ, ਉਹਨਾਂ ਦੇ ਮੁੰਡੇ ਜਿਹੜੇ ਹੈਗੇ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਇਹਨਾਂ ਦੇ ਮੁੰਡੇ ਹੈਗੇ ਆ। ਔਰ ਦੂਸਰੀ ਗੱਲ, ਚਲੋ ਇਹਨਾਂ ਦੀ ਆਪਣੀ ਉਹ ਹੈਗੀ ਆ, ਪਰ ਮੈਂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਵੀ ਲਿਆ ਇਹਨਾਂ ਨੇ, ਕੁੰਵਰ ਵਿਜੇ ਪ੍ਰਤਾਪ ਦਾ ਨਾਮ, ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਉਹ ਹੈਗੀ ਹੈ ਜੀ, ਉਹ ਸਾਰੇ ਐਪੀਸੋਡ ਬਾਅਦ ਸੈੱਟ ਦੇ ਵਿੱਚ ਆਉਂਦਾ ਹੈਗਾ, ਬਾਅਦ ਦੇ ਵਿੱਚ ਉਹ ਐਵੀਡੈਂਸ ਕਲੈਕਟ ਕਰਦਾ ਹੈਗਾ। ਇਹ ਮੌਕੇ ਦੇ ਉੱਤੇ ਪਹੁੰਚੇ ਹੈਗੇ ਆ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਹੈਗੇ ਸੀ ਉਹ ਆਪ ਕਲੈਕਟ ਕੀਤੇ, ਇਕੱਠੇ ਕਰੇ, ਬੰਦੇ ਫੜੇ, ਸਾਰਾ ਕੁਝ ਕੀਤਾ। ਉਹ ਮੌਕੇ ਦਾ ਵਿਟਨੈਸ ਟਾਈਪ ਸੀ ਉਹ, ਇਸ ਕਰਕੇ ਉਹਨੂੰ ਬੁਲਾਇਆ ਗਿਆ। ਇਹ ਤਾਂ ਹੋਰ ਜੱਡੀਆਂ ਪਰਵਰਾਜ ਨੂੰ ਬੁਲਾ ਲੋ, ਕਹਿੰਦੇ ਸੈਣੀ ਨੂੰ ਕਿਉਂ ਨਹੀਂ ਬੁਲਾਇਆ, ਫਲਾਣੇ ਨੂੰ ਕਿਉਂ ਨਹੀਂ ਬੁਲਾਇਆ, ਦੱਸੋ ਕੀ ਕਹੀਏ ਯਾਰ ਇਹਨਾਂ ਨੂੰ। ਔਰ ਦੂਜੀ ਗੱਲ, ਆਪਣਾ ਸਿੱਧੂ ਸਾਹਿਬ, ਮੈਨੂੰ ਬਹੁਤ ਚੰਗਾ ਲੱਗਿਆ ਕਿ ਚਹਿਲ ਸਾਹਿਬ ਨੇ ਗੱਲ ਕਹੀ ਆ ਵੀ ਇਸ ਤਰ੍ਹਾਂ ਇੱਕ ਜੌਲੀਆਂ ਦੇ ਵਿੱਚ ਉਹ ਹੋਇਆ ਜੀ ਵਾਕਿਆਤ, ਉਹਦੇ ਵਿੱਚ ਮੈਂ ਵਾਕਿਆਤ ਦੀ ਗੱਲ ਨਹੀਂ ਕਰਦਾ ਹੈਗਾ, ਉਹਦੇ ਵਿੱਚ ਜੋ ਕੁਝ ਵੀ ਹੋਈ ਘਟਨਾ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਉੱਥੇ ਰਾਖ ਸੀ ਉਸ ਨੂੰ ਇੱਕ ਕੱਪੜੇ ਦੇ ਵਿੱਚ ਲਪੇਟਿਆ ਗਿਆ, ਔਰ ਉਹ ਬਕਾਇਦਾ ਅਰਦਾਸ ਕਰਕੇ 5 ਸਿੰਘਾਂ ਦੀ ਰਹਿਨਮਾਈ ਦੇ ਵਿੱਚ ਉਸ ਨੂੰ ਆਸਥਾ ਨੂੰ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਲਈ ਲੈ ਕੇ ਚਲੇ ਗਏ। ਔਰ ਤੁਸੀਂ ਹੈਰਾਨ ਰਹਿ ਜਾਓਗੇ, ਕੁਝ ਸੋ ਕਾਲਡ ਲੀਡਰ ਔਰ ਨੰਬਰ 2 ਪੁਲਿਸ, ਇਹਨਾਂ ਨੇ ਅਰਦਾਸ ਕਰਕੇ ਤੁਰੇ ਵੇ ਸਿੱਖਾਂ ਨੂੰ ਮੋਗੇ ਤੋਂ ਵਾਪਸ ਬੁਲਾ ਲਿਆ, ਬੁਲਾ ਕੇ ਲਿਆ ਕੇ ਉਸੇ ਥਾਂ ਦੇ ਉੱਤੇ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਰੱਖੇ ਗਏ। ਉਸ ਤੋਂ ਬਾਅਦ ਉਹ ਪੁਲਿਸ ਵਾਲਾ SHO ਜਿਹੜਾ IO ਸੀ, ਉਹ ਸਿਆਣਾ ਸੀ, ਉਹ ਕਹਿੰਦਾ ਮੈਂ ਆਪਣੇ ਸਿਰ ਨੂੰ ਲਵਾਂ। ਉਹਨੇ ਜੱਜ ਦੇ ਇੱਕ ਐਪਲੀਕੇਸ਼ਨ ਦੇਤੀ ਵੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ, ਤਾਂ ਜੱਜ ਸਾਹਿਬ ਨੇ ਡਾਇਰੈਕਸ਼ਨ ਕਰੀ ਕਿ ਇਮੀਡੀਏਟਲੀ ਇਹਨਾਂ ਅਸਥਾਂ ਨੂੰ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜਲ ਪ੍ਰਵਾਹ ਕਰਕੇ ਆਓ, ਜਾਂ ਜੋ ਵੀ ਤੁਸੀਂ ਕਰਨਾ ਹੈਗਾ। ਚਲੋ ਤੁਸੀਂ ਇੱਕ ਮਿੰਟ ਜੀ, ਇੱਕ ਮਿੰਟ,
ਤੁਸੀਂ ਹੈਰਾਨ ਰਹਿ ਜਾਓਗੇ ਕਿ 10 ਦਿਨ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਤੋਂ ਬਾਅਦ ਪਏ ਰਹੇ। ਦੂਜੀ ਗੱਲ, ਕੀ ਇਹ ਬੇਅਦਬੀ ਇੱਕ ਵਾਰ ਹੋਈ ਜਾਂ 2 ਵਾਰ ਹੋਈ? ਕਿਹਨੇ ਕਰਵਾਈ? ਪੁਲਿਸ ਨੇ ਕਰਾਈ ਜਾਂ ਉੱਥੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਲੀਡਰ ਕਹਾਉਂਦੇ ਸੀ ਉਹਨਾਂ ਨੇ ਕਰਵਾਈ? ਫਿਰ ਤੁਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ। ਤੁਹਾਨੂੰ ਤਾਂ ਗੋਲੀ ਚੱਲੀ ਦਾ ਇਨਸਾਫ ਚਾਹੀਦਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਨਹੀਂ ਚਾਹੀਦਾ। ਤਾਨੀ ਸਾਹਿਬ ਗੱਲ ਲੰਬੀ ਹੋ ਜਾਏਗੀ। ਮੈਂ ਇੱਕ ਬੇਅਦਬੀ ਮੈਂ ਇਹਨਾਂ ਨੂੰ ਗਿਣ ਕੇ ਦੱਸ ਸਕਦਾ ਹੈਗਾ ਕਿੱਥੇ ਕੀ ਹੋਇਆ ਕਿੱਥੇ। ਓਕੇ ਬਿਲਕੁਲ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ। ਬਿਲਕੁਲ ਜਿੱਥੇ ਹੋਰ ਵੀ ਬੇਅਦਬੀਆਂ ਹੋਈਆਂ ਬੜੀਆਂ ਮੰਦਭਾਗੀਆਂ, ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਪਰ ਤਾਨੀ ਸਾਹਿਬ ਜਿਸ ਮੁੱਦੇ ਤੇ ਮੈਂ ਗੱਲ ਕਰ ਰਿਹਾ, ਚਾਹਲ ਸਾਹਿਬ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਉਸ ਵੇਲੇ ਦੇ ਵੀ ਜਿਹੜੇ ਅਧਿਕਾਰੀ ਸੀ ਜਿਨ੍ਹਾਂ ਨੇ ਜਾਂਚ ਕੀਤੀ ਸੀ, ਉਹਨਾਂ ਨੇ ਜਸਟਿਸ ਜੋਰਾ ਸਿੰਘ ਦੀ ਗੱਲ ਕੀਤੀ ਹੈ, ਦੂਜਿਆਂ ਦੀ ਗੱਲ ਕੀਤੀ ਹੈ। ਉਹ ਕਹਿੰਦੇ ਖਾਲਸਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਤਾਂ ਬੁਲਾ ਸਕਦੇ ਸੀ। ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦੇ ਸਮੇਂ 'ਚ ਜਾਂਚ ਹੋਈ ਹੈ। ਸਿੱਧੂ ਸਾਹਿਬ, ਮੈਂ ਕਹਿੰਦਾ ਅਕਾਲੀ ਦਲ ਨੇ ਗਲਤੀ ਕੀਤੀ, ਅਕਾਲੀ ਦਲ ਨੇ ਗਲਤੀ ਕੀਤੀ। ਅੱਜ ਹਾਸ਼ੀਏ ਦੇ ਉੱਤੇ ਬੈਠੇ ਹੈਗੇ ਆ, ਇਹਨਾਂ ਨੇ ਕੀ ਕੀਤਾ ਤੁਸੀਂ ਇਹ ਦੱਸੋ ਮੈਨੂੰ। ਇਹਨਾਂ ਨੇ ਇਹਨਾਂ ਦਾ ਮੈਨੀਫੈਸਟੋ ਇਹ ਸੀ ਵੀ ਆਉਂਦੀ ਸਾਰ ਅਸੀਂ ਇਹਨਾਂ ਨੂੰ ਫੜ ਕੇ ਦੋਸ਼ੀਆਂ ਨੂੰ ਅੰਦਰ ਦਵਾਂਗੇ, ਕਟਹਿਰੇ ਦੇ ਵਿੱਚ ਖੜਾ ਕਰਾਂਗੇ। ਕੀ ਇਹਨਾਂ ਨੇ 4 ਸਾਲ 7 ਮਹੀਨੇ, ਅੱਜ 29 ਤਰੀਕ ਹੋ ਗਈ ਜੁਲਾਈ ਦੀ, ਆਪਾਂ ਜਵਾਬ ਲੈਣੇ ਤਾਨੀ ਸਾਹਿਬ। ਬਿਲकुल जी तानी साहब आप जवाब ले लिए। ओके आप जवाब ले लिए जी। राणा जी वो कहते कि अकाली दल ने गलती की है तो असं हाशिए ते बैठे हैं, कांग्रेस पार्टी दसे कि की कर रही है, असं तो कहते हाशिए ते चले गए। सिद्धू जी राणा जी वो तो ना जी गल सिद्धू साहब एक प्रैक्टिकली गल हुंदी आ, एक हुंदी आपां जिहड़े कह दिंदे कर्मां ते गल सिੱਟ दिंदे आ। हुण आपां प्रैक्टिकल गल ते आउणे आ। जदों इन्हां नूं तुसीं सवाल इह कीता कि जी इन्हां नूं क्यों बुलाया गया, अपना इन्हां दे जिहड़े खुद खट्टर साहब नूं क्यों बुलाया गया, जोरा सिंह नूं क्यों नहीं बुलाया गया, इक तां ओहदा जवाब दे लओ भी जोरा सिंह नूं क्यों नहीं बुलाया गया। फ्रॉम द बिगिनिंग ऑफ इन्वेस्टिगेशन जोरा सिंह कोले केस सीगा, जिहड़े बंदे सीगे उन्हां ते भी पुੱਛ के सुनी चाहिए कौन सीगे। बिल्कुल मैं मनदा धारनी साहब कि अकाली दल हाशिए ते आ गया। फिर मैं तुहानूं एक गल कहना कि जिहने गुरु दे नाल खेड खेडनी चाहिए, क्योंकि गुरु खेड खेडदा अपने नाल, पर जिन्हां ने गुरु नाल खेड खेडनी कीती आ पॉलिटिक्स खातर वो बिल्कुल हाशिए ते आउणगे। तुसीं देखो, फिर मैं तुहानूं यही बेनती करदा, बेनती करदा किते ना किते जे बेअदबियां होंदियां अपनी कम्युनिटी दा बिग फेलियर आ, आपां किसे दे उपर ठोकता दिंदे आ, इहदे हुंदे जी आ कुछ हो गया, आपां की करने उन्हां लई। ये सिख पंथ दी समूह समाज की ड्यूटी भी बन जाती है। आप आपकी ड्यूटी भी नहीं निभा रहे, क्योंकि आप देखते रहने आ बई जी जे 2 बेअदबियां होर होणगियां तां असीं कांग्रेस नूं ब्लेम करांगे इस खातर, ठीक है ना, कांग्रेस नूं ब्लेम करांगे, असीं उहदे लई कुछ करदे तां है नहीं, एफर्ट्स नहीं करदे। जे इंनियां बेअदबियां हो गईयां, इन्ने सीरीयस इशूज तुसीं 2 मैनूं दस्से आ, सीरीयस इशूज 2 दस्से आ कि एक तां जी पहला वाला जिहड़ा फतेहगढ़ साहब वाली घटना हो गई गुरु दे अंगां वाली, उस तो बाद दूजी तुसीं दस्सी जिहड़ी अरदास वाली जौड़कियां वाली गल करिए, ये छोटा मैटर थोड़ी है। अकाल तख्त ने क्यों नहीं उठाया अजे तक? जथेदार साहब ने गुरु दे अंगां दे अरदास करके उन्हां नूं रखिया गया, उन्हां नूं वापस बुलाया गया। इन्हां चीज़ां दी गल महाराज क्यों नहीं करते? जी तानी साहब तख्त केसगढ़ साहब दे जथेदार फतवाए ज्ञानी रघबीर ਸਿੰਘ ਸਾਹਿਬ अपना तख्त केसगढ़ साहब ਜਿਹੜਾ ਸਾਰਾ ਕੁਝ ਹੈਗਾ ਪੁਲਿਸ ਹੁਣ ਵੀ ਜੇ ਕੋਈ ਅਵਗਿਆ ਹੋਈ ਆ ਉਹ ਠੀਕ ਕਰਨ। ਕੌਣ ਕਰਦਾ? ਮੈਂ ਤੁਹਾਨੂੰ ਦੱਸਦਾ ਕਿ ਇਹ ਬੇਅਦਬੀਆਂ ਦਾ ਕਾਂਗਰਸ ਨੇ ਕੋਈ ਕੁਝ ਕੀਤਾ ਤੇ ਅੱਗੇ ਆ ਜਾਓ। ਜੇ ਕਹੋ ਦੇਖੋ ਚੱਲ ਜਾਓ ਫਿਰ ਮੈਂ ਕਲਿਆਣ ਪਹੁੰਚੂਗਾ। ਪਟਿਆਲੇ ਦੇ ਕੈਪਟਨ ਅਮਰਿੰਦਰ ਆਪਣੇ ਕੋਲ ਸਮਾਂ ਨਹੀਂ, ਧਾਰਨੀ ਸਾਹਿਬ ਸਮਾਂ ਨਹੀਂ ਹੈ, ਸਮਾਂ ਨਹੀਂ, ਆਪਾਂ ਸੰਖੇਪ ਦੇ ਵਿੱਚ ਹੀ जी चाल साहब जवाब देना चाहते हैं। चाल साहब मैं तो गल कर रहा भी कांग्रेस ने कुछ किया नहीं तो असीं जिहड़ियां करवाइयां उन्हां दा असीं जवाब नहीं देना। कदे सिंसीयरिटी नाल कदे जथेदार साहब ने सारियां सिख जथियां सारियां पार्टियां नूं बुला के सर्वोच्चम साडा हैगा अकाल तख्त उत्थे बुलाया कदे सारियां नूं भी इहदे ते विचार कीती जावे भाई बेअदबियां क्यों होई जांदियां। कैप्टन अमरिंदर सिंह भी सिख कमाउंदा, प्रकाश सिंह बादल ने तां रजिस्ट्रेशन करवाई आ आपदी सिख आपदे घरे। कदे इन्हां ने कीती विचार इस चीज उपर? कदे जिहड़े चाल साहब बहुत वड्डा गल कीती
ਚਾਲ ਜੀ ਬਹੁਤ ਵੱਡਾ ਸਵਾਲ ਲੈ ਰਹੇ ਹੋ ਤੁਸੀਂ। ਸਿੱਧੂ ਸਾਹਿਬ ਮੇਰਾ ਤਾਨੀ ਸਾਹਿਬ ਮੈਂ ਆ ਰਿਹਾ ਤਾਨੀ ਸਾਹਿਬ ਚਾਲ ਸਾਹਿਬ ਦੇ ਕਮੈਂਟ ਲੈ ਲਈਏ। ਤੁਸੀਂ ਕਹਿ ਰਹੇ ਹੋ ਜਥੇਦਾਰ ਸਾਹਿਬ ਨੂੰ, ਚਾਹੇ ਬਾਦਲ ਸਾਹਿਬ ਹੈ ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਇਸ ਮੁੱਦੇ ਤੇ ਅਕਾਲ ਤਖ਼ਤ ਸਾਹਿਬ ਤੇ ਸੱਦੇ ਜਾਣਾ ਚਾਹੀਦਾ ਹੈ ਕਿ ਕਿਉਂ ਹੋਈਆਂ ਬੇਅਦਬੀਆਂ। ਬਿਲਕੁਲ ਸਾਹਿਬ ਇਹ ਜਦੋਂ ਜਿਨ੍ਹਾਂ ਦੇ ਸੁਣੋ ਮੇਰੀ ਗੱਲ ਸਿੱਧੂ ਸਾਹਿਬ, ਬੇਅਦਬੀਆਂ ਹੋਈਆਂ, ਬੇਅਦਬੀਆਂ ਹੋ ਰਹੀਆਂ ਤੇ ਬੇਅਦਬੀਆਂ ਹੋਣਗੀਆਂ, ਇਹਦੇ ਵਾਸਤੇ ਸਾਰੇ ਸਿੱਖ ਸਮੁਦਾਇ, ਕੀ ਅਮਰਿੰਦਰ ਸਿੰਘ ਆਪਦੇ ਆਪ ਨੂੰ ਸਿੱਖ ਨਹੀਂ ਕਹਾਉਂਦਾ? ਕੀ ਹੋਰ ਪਾਰਟੀਆਂ ਵਾਲੇ ਅੱਜ ਬ੍ਰਹਮਪੁਰਾ ਸਾਹਿਬ ਸਾਰੇ ਜਾਣੇ ਫਿਰਦੇ, ਇਹ ਨਹੀਂ ਕਹਾਉਂਦੇ? ਸਿਮਰਨਜੀਤ ਸਿੰਘ ਮਾਨ ਕਿਉਂ ਨਹੀਂ ਮਿਲਦੇ ਇੱਕ ਪਲੇਟਫਾਰਮ ਤੇ ਇਹਨਾਂ ਮੁੱਦਿਆਂ ਨੂੰ ਲੈ ਕੇ, ਸਿੱਖੀ ਦੇ ਮੁੱਦੇ ਨੂੰ? ਬਾਕੀ ਦੂਸਰੀ ਮੈਂ ਫੇਰ ਗੱਲ ਕਹਿਣਾ, ਜਿਹਨੇ ਸਿੱਖੀ ਨਾਲ, ਗੁਰੂ ਦੀ ਸਿੱਖੀ ਨਾਲ, ਗੁਰੂ ਦੇ ਪੱਤਰਿਆਂ ਨਾਲ ਖੇਡ ਕੋਸ਼ਿਸ਼ ਕੀਤੀ ਆ, ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦਾ ਬੇੜਾ ਹੀ ਬਹਿ ਜਾਣਾ, ਤੁਸੀਂ ਦੇਖ ਲਿਓ। ਓਕੇ ਤੁਹਾਡੀ ਗੱਲ ਆ ਗਈ। ਤਾਨੀ ਸਾਹਿਬ ਬਰੀਫ ਦੇ ਵਿੱਚ ਆਪਣੇ ਕੋਲ ਸਮਾਂ ਵੀ ਨਹੀਂ ਹੈ। ਜਿਸ ਮੁੱਦੇ ਤੇ ਚਾਲ ਸਾਹਿਬ ਨੇ ਗੱਲ ਕੀਤੀ ਹੈ, ਕੀ ਕਹੋਗੇ? ਉਹ ਕਹਿੰਦੇ ਕਿ ਚਾਹੇ ਬਾਦਲ ਸਾਹਿਬ ਹੈ, ਅਮਰਿੰਦਰ ਸਿੰਘ ਹੈ, ਦੋਨਾਂ ਨੂੰ ਸੱਦਿਆ ਜਾਵੇ ਅਕਾਲ ਤਖ਼ਤ ਸਾਹਿਬ ਤੇ। ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਰਾਣਾ ਚਹਿਲ ਸਾਹਿਬ ਜਿਹੜੇ ਹੈਗੇ ਸਿਆਸਤ ਕਰਦੇ ਹੈਗੇ ਆ। ਮੈਂ ਇਹ ਕਹਿਣਾ ਕਿ ਹਰ ਇਨਸਾਨ ਨੂੰ, ਹਰ ਸਿੱਖ ਨੂੰ ਆਪਣੀ ਆਪਣੀ ਪਰਸਨਲ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਿਹੜਾ ਹੈਗਾ ਉਸ ਐਸਾ ਪਾਤਰ ਬਣਾ ਕੇ ਰੱਖਤਾ ਕਿ ਆਲੇ ਦੁਆਲੇ ਤੁਸੀਂ ਆਪਣੀ ਸਿਆਸਤ ਕਰ ਰਹੇ ਹੈਗੇ ਆ, ਜਦੋਂ ਕਿ ਸਾਨੂੰ ਇਹ ਸਿਆਸਤ ਨਹੀਂ ਸੀ ਕਰਨੀ ਚਾਹੀਦੀ। ਜੀ ਤਾਨੀ ਸਾਹਿਬ ਸਿੱਧਾ ਸਵਾਲ ਕਿ ਬਾਦਲ ਸਾਹਿਬ ਤੇ ਅਮਰਿੰਦਰ ਸਾਹਿਬ ਨੂੰ ਜਿਹੜੀ ਬੁਲਾਉਣ ਦੀ ਗੱਲ ਕੀਤੀ ਗਈ ਹੈ, ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਇਆ ਜਾਣਾ ਚਾਹੀਦਾ ਹੈ? ਜ਼ਰੂਰ ਬੁਲਾ ਲੈਣਾ, ਕੀ ਇਤਰਾਜ਼ ਹੈਗਾ? ਮੈਂ ਕਿਉਂ ਇਤਰਾਜ਼ ਕਰੂੰਗਾ? ਔਰ ਦੂਜੀ ਗੱਲ, ਜੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਬੁਲਾਉਣਗੇ ਤਾਂ ਕਿਹੜਾ ਸਿੱਖ ਹੈਗਾ ਜਿਹੜਾ ਨਹੀਂ ਜਾਊਗਾ? ਓਕੇ ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਚਾਲ ਸਾਹਿਬ। ਮੈਂ ਆ ਰਿਹਾ। ਅਮਰਿੰਦਰ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਅਮਰਿੰਦਰ ਜੀ, ਇਸੇ ਮੁੱਦੇ ਤੇ ਚਾਲ ਸਾਹਿਬ ਨੇ ਕਿਹਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਫਿਰ ਕਿਉਂ ਨਾ ਵੱਡੇ ਨੇਤਾਵਾਂ ਨੂੰ ਸੱਦਿਆ ਜਾਵੇ, ਕੱਲੇ ਇੱਕ ਪੁਲਿਸ ਅਧਿਕਾਰੀ ਨੂੰ ਜਾਂ ਕੁਝ ਗਿਣਤੀ ਦੇ ਲੋਕਾਂ ਨੂੰ ਬੁਲਾ ਕੇ ਜਥੇਦਾਰ ਸਾਹਿਬ ਕਿਉਂ ਸਵਾਲ ਜਵਾਬ ਕਰਨ? ਅਮਰਿੰਦਰ ਜੀ ਦੇਖੋ ਸਿੱਧੂ ਸਾਹਿਬ, ਮੇਰਾ ਤਾਂ ਸਟੈਂਡ ਪਹਿਲੇ ਵਾਲਾ ਹੀ ਹੈਗਾ ਕਿ ਜੇ ਸੁਖਬੀਰ ਬਾਦਲ ਚਾਹੇਗਾ ਉਹੀ ਬੰਦੇ ਨੂੰ ਬੁਲਾਇਆ ਜਾਏਗਾ ਉੱਥੇ, ਜਿਹਨੂੰ ਉਹ ਨਾ ਕਰ ਦੇਗਾ, ਜਿਹਦੇ ਤੇ ਸਹੀ ਨਹੀਂ ਪਾਏਗਾ, ਜਿਹਦੇ ਨਾਮ ਤੇ ਉਹ ਬੰਦੇ ਨੂੰ ਉਹ ਜਥੇਦਾਰ ਨਹੀਂ ਬੁਲਾਏਗਾ। ਕਿਉਂਕਿ ਜਥੇਦਾਰ ਜਿਹੜਾ ਹੈਗਾ ਕੰਪਲੀਟਲੀ ਉਹਦੇ ਇਨਫਲੂਐਂਸ ਦੇ ਵਿੱਚ ਕੰਮ ਕਰ ਰਿਹਾ ਹੈ। ਜੇ ਜਥੇਦਾਰ ਨਿਰਪੱਖ ਹੁੰਦਾ ਤੇ ਜਿਵੇਂ ਰਣਵੀਰ ਖੱਟੜਾ ਦੀ ਮੈਂ ਗੱਲ ਕੀਤੀ ਹੈ ਪਹਿਲਾਂ, ਇਹ ਜਿਹੜਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਇਹਨਾਂ ਨੇ 2 ਸਿੱਖਾਂ ਤੇ ਪਾਤਾ ਸੀ ਕਿ 2 ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕੀਤੀ ਹੈ, ਤੇ ਜਦੋਂ ਪਬਲਿਕ ਦਾ ਪ੍ਰੈਸ਼ਰ ਪਿਆ ਤੇ ਫਿਰ ਉਹਨਾਂ ਨੂੰ ਰਿਹਾ ਕੀਤਾ ਗਿਆ। ਫਿਰ ਇਹਨਾਂ ਨੇ ਦੂਜਾ ਬੰਦਾ ਲੱਭਿਆ, ਫਿਰ ਦੂਜਾ, ਔਰ ਇੰਨੀ ਗੱਲ ਨਹੀਂ ਹੈ, ਉਹ ਜਿਹੜੇ 2 ਬੰਦੇ ਹੈਗੇ ਜਿਨ੍ਹਾਂ ਦੇ ਉੱਪਰ ਬੇਅਦਬੀ ਦਾ ਇਲਜ਼ਾਮ ਲਾਇਆ ਸੀ, ਉਹ ਬੰਦਿਆਂ ਨੇ ਸਟੇਟਮੈਂਟ ਦਿੱਤੀ ਹੈ ਕਿ ਪੰਜਾਬ ਪੁਲਿਸ ਦੇ ਜਿਹੜੇ ਉਸ ਵੇਲੇ ਦੇ ਸਿੱਟ ਦੇ ਬੰਦੇ ਸੀਗੇ, ਉਹਨਾਂ ਨੇ ਕਿਹਾ ਕਿ ਜਿਵੇਂ ਫੂਲੇ ਨੂੰ ਜੇਲ੍ਹ 'ਚ ਮਾਰਿਆ ਏਦਾਂ ਹੀ ਤੁਹਾਨੂੰ ਮਾਰ ਦਾਂਗੇ ਜੇਲ੍ਹ ਦੇ ਵਿੱਚ। ਤੇ ਫਿਰ ਉਹ ਜਥੇਦਾਰ ਨੇ ਉਹ ਇਨਵੈਸਟੀਗੇਟ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜਾ ਬਿੱਟੂ ਦਾ ਕਤਲ ਹੋਇਆ ਜੇਲ੍ਹ ਦੇ ਵਿੱਚ, ਜਿਨ੍ਹਾਂ ਨੇ ਕਤਲ ਕੀਤਾ, ਕਿ ਜਥੇਦਾਰ ਨੇ ਉਹਨਾਂ ਨੂੰ ਬੁਲਾਇਆ ਬਈ ਤੁਸੀਂ ਇਸ ਬੰਦੇ ਦਾ ਕਤਲ ਕਿਉਂ ਕੀਤਾ, ਉਹ ਤਫਤੀਸ਼ ਕੀਤੀ ਜਥੇਦਾਰ ਨੇ। ਥੈਂਕ ਯੂ ਵੈਰੀ ਮਚ। ਥੈਂਕ ਯੂ। ਆਪਣੇ ਕੋਲ ਸਮਾਂ ਨਹੀਂ ਅਮਰਿੰਦਰ ਜੀ ਸਮਾਂ ਨਹੀਂ, ਪਲੀਜ਼। ਥੈਂਕ ਯੂ ਵੈਰੀ ਮਚ। ਤਾਨੀ ਸਾਹਿਬ 2 ਲਾਈਨਾਂ ਦਾ ਕਮੈਂਟਸ, ਮੇਰੀ ਬੇਨਤੀ ਹੈ, ਸਮਾਂ ਨਹੀਂ ਤਾਂ ਆਪਾਂ ਗੱਲ ਜ਼ਿਆਦਾ ਵੀ ਕਰ ਸਕਦੇ ਹਾਂ, ਪਲੀਜ਼। ਦੇਖੋ ਅਮਰਿੰਦਰ ਜੀ ਤੋਂ ਮੈਂ ਜਥੇਦਾਰ ਕਹਿੰਦੇ ਉਹਨੇ ਨਾਲ ਸਾਹਿਬ ਵੀ ਕਹਿ ਦਿਆ ਕਰ। ਦੂਜੀ ਗੱਲ, ਜਿਸ ਹਿਸਾਬ ਨਾਲ ਇਹ ਸਾਰਾ ਕੁਝ ਦੱਸ ਰਹੇ ਹੈਗੇ ਆ, ਜਿਸ ਤਰ੍ਹਾਂ ਇਹ ਆਈ ਵਿਟਨੈਸ ਹੁੰਦੇ ਹੈਗੇ ਆ, ਪਬਲਿਕ ਡੋਮੇਨ 'ਚ ਇਹ ਗੱਲਾਂ ਪਬਲਿਕ ਡੋਮੇਨ 'ਚ ਇਹ ਹੀਅਰਸੇ ਸਟੋਰੀਆਂ ਕਹਿੰਦੇ ਆ ਜੀ। ਉੱਥੇ ਅਰਬੇ ਨੇ ਦੱਸਿਆ, ਉਹਨੇ ਕਿਹਾ ਵਿੱਚੇ ਫੂਲਾ ਵਸਾ ਲਿਆ, ਵਿੱਚੇ ਖੌੜ ਵਸਾ ਲਿਆ। ਕੇਂਦਰਤ ਇੱਕ ਗੱਲ ਤੇ ਹੋਣਾ ਚਾਹੀਦਾ ਹੈਗਾ ਕਿ ਸ਼ੁਰੂਆਤ ਕਿੱਥੋਂ ਹੁੰਦੀ ਹੈ ਔਰ ਖਤਮ ਕਿੱਥੇ ਹੁੰਦੀ ਹੈਗੀ ਇਹ ਗੱਲ। ਥੈਂਕ ਯੂ ਵੈਰੀ ਮਚ। ਤਾਨੀ ਸਾਹਿਬ ਸਮਾਂ ਨਹੀਂ ਹੈ। ਤਾਨੀ ਸਾਹਿਬ, ਰਾਣਾ ਚਾਲ ਤੇ ਅਮਰਿੰਦਰ ਜੀ ਬਹੁਤ ਧੰਨਵਾਦ ਇਸ ਮੁੱਦੇ ਤੇ ਆਉਣ ਲਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਇਹਦੇ ਬਾਰੇ ਕੋਈ ਦੋ ਰਮਾ ਨਹੀਂ। ਔਰ ਕੌਣ ਕਰ ਰਿਹਾ ਰਾਜਨੀਤੀ, ਇਹਦਾ ਜਵਾਬ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਮੁੱਚੇ ਪੰਜਾਬੀ ਦੇਣਗੇ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।